ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ ਜੀ। ਸੋ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਤੁਹਾਨੂੰ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਅਗਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਜ਼ਰੂਰ ਮਿਲਿਆ ਹੈ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਨਾਲ ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਉਹਨਾਂ ਨੇ ਦਿਖਾ ਦਿੱਤਾ ਹੈ। ਅਸੀਂ ਲੋਕਾਂ ਦੀ ਗੱਲ ਕਰੀਏ ਕਿ ਉਹਨਾਂ ਨੇ ਦਿਖਾ ਦਿੱਤਾ ਕਿ ਸ਼ਾਇਦ ਲੋਕ ਹੁਣ ਰਵਾਇਤੀ ਪਾਰਟੀਆਂ ਤੋਂ ਅੱਕ ਗਏ ਨੇ। ਸੋ ਕਈ ਸਵਾਲ ਅੱਜ ਤੁਹਾਡੇ ਤੋਂ ਡੱਲਾ ਜੀ ਕਰਨੇ ਨੇ ਕਿ ਸਭ ਤੋਂ ਪਹਿਲਾਂ ਐਨਾਲਾਈਸਿਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਪ ਦੇ ਹਾਰਨ ਦੇ ਵੱਡੇ ਕਾਰਨ ਕੀ ਨੇ। ਸੁਖਬੀਰ ਬਾਦਲ, ਭਗਵੰਤ ਮਾਨ ਅਤੇ ਬੀਜੇਪੀ ਨੇ ਅਜਿਹੀਆਂ ਕਿਹੜੀਆਂ ਗਲਤੀਆਂ ਕੀਤੀਆਂ ਕਿ ਉਹਨਾਂ ਨੂੰ ਜੋ ਹੈ ਹਾਰ ਦਾ ਸਾਹਮਣਾ ਕਰਨਾ ਪਿਆ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ। ਤੇ ਨਾਲ ਦੀ ਨਾਲ ਕੱਲ ਜੋ ਹੈ ਡੱਲਾ ਜੀ SYL ਸਿੱਧੂ ਮੂਸੇਵਾਲੇ ਦਾ ਜੋ ਗਾਣਾ ਉਸਨੂੰ ਸਾਡੇ ਦੇਸ਼ ਵਿੱਚ, ਇੰਡੀਆ ਵਿੱਚ ਬੈਨ ਕਰ ਦਿੱਤਾ ਗਿਆ। ਇਸ ਦੇ ਉੱਪਰ ਚਰਚਾ ਕਰਨੀ ਹੈ ਤੇ ਸਿਮਰਨਜੀਤ ਸਿੰਘ ਮਾਨ ਦੇ ਅੱਗੇ ਦੇ ਪ੍ਰੋਗਰਾਮ ਦੀ ਗੱਲ ਕਰਾਂਗੇ। ਕਿਸ ਤਰ੍ਹਾਂ ਦੀ ਸਿਆਸਤ, ਕਿਸ ਤਰ੍ਹਾਂ ਦੇ ਮੁੱਦਿਆਂ ਤੇ ਅੱਗੇ ਚੱਲਣਗੇ। ਤਾਂ ਸਭ ਤੋਂ ਪਹਿਲਾਂ ਇਸੇ ਤੇ ਗੱਲ ਕਰੀਏ ਕਿ ਆਪ ਦੀ ਹਾਰ ਪਹਿਲਾਂ 3 ਮਹੀਨੇ ਪਹਿਲਾਂ ਤੱਕ ਤਸਵੀਰ ਕੁਝ ਹੋਰ ਸੀ। ਪੰਜਾਬ ਦੇ ਲੋਕ ਬੜਾ ਵਿਸ਼ਵਾਸ ਕਰਦੇ ਸਨ, ਪਰ ਇਹ ਤਸਵੀਰ ਜੋ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਜੋ ਨਤੀਜੇ ਆਏ ਨੇ, ਕੀ ਕਾਰਨ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਹਾਰਨ ਦੇ? ਦੇਖੋ, ਮੁੱਖ ਰੂਪ ਦੇ ਵਿੱਚ ਅਸੀਂ ਦੇਖੀਏ ਤੇ ਆਮ ਆਦਮੀ ਪਾਰਟੀ ਨੇ ਕਈ ਅਜਿਹੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਤੋਂ ਬਚਿਆ ਜਾ ਸਕਦਾ ਸੀ। ਔਰ ਮੁੱਖ ਰੂਪ ਦੇ ਵਿੱਚ ਉਹ ਜਿਹੜੀਆਂ ਗਲਤੀਆਂ ਨੇ ਉਹ ਲੋਕਾਂ ਨੇ ਪ੍ਰਵਾਨ ਨਹੀਂ ਕੀਤੀਆਂ ਔਰ तमाम ਕੋਸ਼ਿਸ਼ਾਂ ਆਮ ਆਦਮੀ ਪਾਰਟੀ ਨੇ ਕੀਤੀਆਂ। ਇੱਕ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਵੀ ਆਏ, ਰੋਡ ਸ਼ੋਅ ਅਰਵਿੰਦ ਕੇਜਰੀਵਾਲ ਨੇ ਕੀਤਾ। ਉਹ ਤਸਵੀਰਾਂ ਬੜੀਆਂ ਵਾਇਰਲ ਹੋਈਆਂ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਗੱਡੀ ਤੇ ਖੜੇ ਸੀ ਤੇ ਭਗਵੰਤ ਮਾਨ ਲਟਕ ਰਹੇ ਸੀ। ਮੈਨੂੰ ਨਿੱਜੀ ਤੌਰ ਤੇ ਬੁਰਾ ਤਾਂ ਨਹੀਂ ਲੱਗਿਆ, ਪਰ ਹਰ ਕਿਸੇ ਵਿਅਕਤੀ ਦਾ ਇਹਨਾਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਹੁੰਦਾ। ਲੋਕਾਂ ਨੂੰ ਇੰਝ ਲੱਗਿਆ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਸੁਪਰ CM ਦੀ ਤਰ੍ਹਾਂ ਪ੍ਰੈਜ਼ੈਂਟ ਹੋ ਰਹੇ ਨੇ ਔਰ ਪੰਜਾਬੀ ਕਦੀ ਵੀ ਆਪਣੇ ਮੁੱਖ ਮੰਤਰੀ ਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦੇ। ਸੋ ਉਹਨਾਂ ਨੂੰ ਉਸ ਦਿਨ ਲੱਗਿਆ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਬਾਰੇ ਜਿਹੜੇ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਕਿ ਸਭ ਕੁਝ ਦਿੱਲੀ ਤੋਂ ਤੈਅ ਹੁੰਦਾ ਹੈ, ਸਾਰੇ ਫੈਸਲੇ ਦਿੱਲੀ ਤੋਂ ਹੁੰਦੇ ਨੇ, ਕੇਜਰੀਵਾਲ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿਲਦਾ, ਸ਼ਾਇਦ ਇਹ ਚੀਜ਼ਾਂ ਕਿਤੇ ਨਾ ਕਿਤੇ ਸੰਗਰੂਰ ਦੇ ਲੋਕਾਂ ਦੇ ਮਨ ਦੇ ਵਿੱਚ ਵੀ ਉਥਲ ਪੁਥਲ ਮਚਾ ਰਹੀਆਂ ਹੋਣਗੀਆਂ। ਜਿਹੜੇ ਮੁੱਖ ਕਾਰਨਾਂ ਦੀ ਤੁਸੀਂ ਗੱਲ ਕਰਦੇ ਹੋ, ਦੇਖੋ, ਆਟਾ ਦਾਲ ਸਕੀਮ ਚੰਗੀ ਤਰ੍ਹਾਂ ਨਾਲ ਲਾਗੂ ਨਹੀਂ ਹੋ ਪਾ ਰਹੀ ਹੈ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਹਨਾਂ ਨੇ ਵਾਅਦਾ ਜ਼ਰੂਰ ਕੀਤਾ ਕਿ ਅਸੀਂ ਘਰ ਘਰ ਰਾਸ਼ਨ ਦੇਵਾਂਗੇ। ਘਰ ਘਰ ਰਾਸ਼ਨ ਦੀ ਸਕੀਮ ਸ਼ੁਰੂ ਨਹੀਂ ਹੋਈ। ਐਲਾਨਾਂ ਦੇ ਨਾਲ ਗੱਲ ਨਹੀਂ ਬਣਦੀ। ਭਗਵੰਤ ਮਾਨ ਜੀ ਵੀਡੀਓ ਜਾਰੀ ਕਰਕੇ, ਟਵੀਟ ਕਰਕੇ, ਐਲਾਨ ਕਰਕੇ ਮਹਿਸੂਸ ਕਰਦੇ ਨੇ ਕਿ ਅਸੀਂ ਵਾਅਦਾ ਪੂਰਾ ਕਰਤਾ। ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਅਸੀਂ ਕਈ ਵਾਅਦੇ ਪੂਰੇ ਕਰਤੇ। ਕਹਿੰਦੇ ਬਿਜਲੀ ਮੁਫਤ ਦੇਣ ਦਾ ਵਾਅਦਾ ਪੂਰਾ ਕਰਤਾ, ਹਜੇ ਤਾਂ 1 ਜੁਲਾਈ ਨਹੀਂ ਆਈ। ਉਹ ਕਹਿੰਦੇ ਸਰਕਾਰੀ ਨੌਕਰੀਆਂ ਦਾ ਵਾਅਦਾ ਪੂਰਾ ਕਰਤਾ, 25,000 ਪੋਸਟਾਂ ਕੱਢਤੀਆਂ। ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ 25,000, ਉਹਨਾਂ ਦੇ ਵਿੱਚੋਂ ਪੂਰੀਆਂ ਪੋਸਟਾਂ ਕੀ ਅੱਧੀਆਂ ਪੋਸਟਾਂ ਦੀ ਪ੍ਰਕਿਰਿਆ ਨਹੀਂ ਹਜੇ ਸ਼ੁਰੂ ਹੋਈ ਹੋਣੀ। ਉਹ ਮੈਨੂੰ ਪਤਾ ਲੱਗਿਆ ਕਿ 1.25 ਸਾਲ 1.5 ਸਾਲ ਦਾ ਪ੍ਰੋਸੈਸ ਹੈ। ਸੋ ਇਸ ਕਰਕੇ ਇਹ ਕਾਹਲੀ ਨਾਲ ਕਿ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਹਰਾ ਪੈਨ ਚੱਲੂਗਾ, ਜਿਹੜੇ ਮੰਚਾਂ ਤੇ ਕੀਤੇ ਗਏ ਵਾਅਦੇ ਹੁੰਦੇ ਆ ਨਾ ਜੀ, ਉਹ ਉਹਨਾਂ ਨੂੰ ਹਕੀਕਤ ਦੇ ਵਿੱਚ ਲਾਗੂ ਕਰਨਾ ਬੜਾ ਔਖਾ ਹੁੰਦਾ ਹੈ। ਸ਼ਾਇਦ ਹੁਣ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇਹ ਸਮਝ ਆਇਆ। ਔਰ ਦੂਸਰਾ, ਦੇਖੋ, ਕਈ ਵਾਰੀ ਆਮ ਆਦਮੀ ਪਾਰਟੀ ਦੇ ਲੀਡਰ ਸਟੇਜਾਂ ਤੋਂ ਕਹਿ ਦਿੰਦੇ ਨੇ ਕਿ ਜੋ ਕੁਝ 70 ਸਾਲ 'ਚ ਨਹੀਂ ਹੋਇਆ ਉਹ ਅਸੀਂ ਕਰਤਾ। ਇਹਦਾ ਮਤਲਬ ਹੈ ਲੋਕ ਸਾਡੇ ਸਿਆਣੇ ਨਹੀਂ ਕਿ ਜੋ ਤੁਸੀਂ 70 ਸਾਲ 'ਚ ਨਹੀਂ ਕੀਤਾ ਸੀ ਉਹ ਤੁਸੀਂ ਕਰਤਾ, ਤੇ ਕੀ ਲੋਕ ਸਿਆਣੇ ਨਹੀਂ? ਇਹਦਾ ਮਤਲਬ ਹੈ ਤੁਸੀਂ ਸਹੀ ਹੋ ਕਿ ਜੋ 70 ਸਾਲ 'ਚ ਨਹੀਂ ਸੀ ਹੋਇਆ ਅਸੀਂ ਕਰਤਾ, ਤੇ ਫਿਰ ਲੋਕਾਂ ਨੇ ਤੁਹਾਨੂੰ ਹਰਾ ਕਿਉਂ ਦਿੱਤਾ? ਇਹਦਾ ਮਤਲਬ ਹੈ ਕਿ ਅਸੀਂ ਹਰ ਗੱਲ ਤੇ ਕਹੀਏ। ਨਰਿੰਦਰ ਮੋਦੀ ਜੀ ਦੀ ਵੀ ਆਦਤ ਸੀ ਪਹਿਲਾਂ ਕਿ ਜਿਹੜਾ ਕੁਝ ਕਾਂਗਰਸ ਦੇ 70 ਸਾਲ 'ਚ ਨਹੀਂ ਹੋਇਆ ਉਹ ਅਸੀਂ ਕੀਤਾ। ਆਮ ਲੋਕ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਨੇ, ਬੀਜੇਪੀ ਨੂੰ ਵੋਟਾਂ ਪਾਉਂਦੇ ਰਹੇ ਨੇ, ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਹਰ ਗੱਲ ਜਦੋਂ 70 ਸਾਲ ਤੇ ਇਹ ਤੰਜ ਕੱਸਦੇ ਨੇ, ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਣਾ ਕਿ ਅਸੀਂ ਤਾਂ ਆਪ ਉਸ ਸਿਸਟਮ ਦਾ ਹਿੱਸਾ ਰਹੇ ਹਾਂ। ਬਹੁਤ ਸਾਰੇ ਲੋਕ ਨੇ। ਸੋ ਇਸ ਕਰਕੇ ਇਹ ਗੱਲਾਂ ਛੋਟੀਆਂ ਨੇ, ਭਾਵੇਂ ਇਹ ਗੱਲਾਂ ਬਹੁਤ ਜ਼ਿਆਦਾ ਇਰਰੈਲੇਵੈਂਟ ਲੱਗਦੀਆਂ ਹੁਣ, ਪਰ ਆਮ ਲੋਕਾਂ ਦੇ ਦਿਲਾਂ ਤੇ ਇਹਨਾਂ ਦਾ ਗਹਿਰਾ ਅਸਰ ਹੁੰਦਾ ਹੈ। ਹੁਣ ਟਵੀਟ ਕਰ ਦੇਣਾ ਕਿ ਵਾਅਦਾ ਪੂਰਾ ਕਰਤਾ ਜੀ, ਰੇਤਾ ਪੰਜਾਬ 'ਚ ਰੇਤ ਮਾਫੀਆ ਖਤਮ ਹੋ ਗਿਆ ਜੀ। ਰੇਤ ਮਾਫੀਆ ਖਤਮ ਹੋਣਾ ਤੇ ਰੇਤੇ ਦੀ ਉਪਲਬਧਤਾ ਦੋਵੇਂ ਵੱਖਰੇ ਵੱਖਰੇ ਵਿਸ਼ੇ ਨੇ। ਰੇਤ ਮਾਫੀਆ ਖਤਮ ਕੀਤਾ, ਲੋਕ ਖੁਸ਼ ਨੇ,
ਪਰ ਕੀ ਉਹਨਾਂ ਨੂੰ ਰੇਤਾ ਮਿਲ ਰਿਹਾ ਹੈ? ਅਗਰ ਉਹਨਾਂ ਨੂੰ ਰੇਤਾ ਨਹੀਂ ਮਿਲ ਰਿਹਾ ਤੇ ਇਹ ਵੀ ਤਾਂ ਇੱਕ ਤਰ੍ਹਾਂ ਦਾ ਮਾਫੀਆ ਹੈ ਨਾ, ਜਿਹੜਾ ਉਹਨਾਂ ਕੋਲੇ ਡਿਲੀਵਰੀ ਨਹੀਂ ਪਹੁੰਚਣ ਦੇ ਰਿਹਾ। ਸੋ ਜੀ ਮਾਫੀਏ ਦਾ ਖਾਤਮਾ ਉਦੋਂ ਹੁੰਦਾ ਜਦੋਂ ਕੋਈ ਚੀਜ਼ ਗਲਤ ਤਰੀਕੇ ਨਾਲ ਹੋ ਰਹੀ ਹੈ ਉਹ ਖਤਮ ਹੋ ਜੇ ਤੇ ਸਹੀ ਤਰੀਕੇ ਨਾਲ ਡਿਲੀਵਰੀ ਹੋਣ ਲੱਗ ਜੇ। ਫਿਰ 1000 ਰੁਪਇਆ ਮਹਿਲਾਵਾਂ ਦੇ ਖਾਤੇ 'ਚ ਆਇਆ ਨਹੀਂ। ਜਦੋਂ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਇੱਕ ਵੀ ਵੀਡੀਓ ਨਾ ਅਰਵਿੰਦ ਕੇਜਰੀਵਾਲ ਜੀ ਨੇ ਨਾ ਭਗਵੰਤ ਮਾਨ ਜੀ ਨੇ ਜਾਰੀ ਕੀਤੀ ਹੈ ਵੀ ਅਸੀਂ 1000 ਰੁਪਇਆ ਯੋਜਨਾ ਤੇ ਵਿਚਾਰ ਕਰ ਰਹੇ ਹਾਂ, ਇਹਦੇ ਲਈ ਸਾਨੂੰ 6 ਮਹੀਨੇ ਦਿਓ, 1 ਸਾਲ ਦਿਓ, 1.5 ਸਾਲ ਦਿਓ, 2 ਸਾਲ ਦਿਓ। ਖਾਲੀ ਇਹ ਕਹਿ ਦੇਣਾ ਵੀ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ, ਇੰਨਾ ਕਾਫੀ ਨਹੀਂ ਹੁੰਦਾ। ਇਹ ਗਲਤੀਆਂ ਸੀ ਵਾਅਦਿਆਂ ਨੂੰ ਐਗਜ਼ੀਕਿਊਟ ਕਰਨ ਦੇ ਤਰੀਕੇ ਦੀਆਂ, ਗਲਤੀਆਂ ਸੀ ਲੋਕਾਂ ਨੂੰ ਜ਼ਰੂਰਤ ਨਾਲੋਂ ਵੱਡੇ ਸੁਪਨੇ ਵਿਖਾਉਣ ਦੀਆਂ। ਸੁਪਨੇ ਤਾਂ 20-25 ਲੱਖ ਨੌਕਰੀਆਂ ਦੇ ਸੀ, ਸੁਪਨੇ ਤਾਂ ਹਰ ਕਿਸੇ ਨੂੰ 300 ਯੂਨਿਟ ਮੁਫਤ ਬਿਜਲੀ ਦਾ ਸੀ। ਫਿਰ ਸ਼ਰਤ ਕਿੱਥੋਂ ਆ ਗਈ ਵੀ ਜੇ 301 ਹੋ ਗਈਆਂ ਤੇ ਸਾਰਿਆਂ ਨੂੰ ਬਿਜਲੀ ਦੇਣੀ ਪੈਣੀ ਹੈ। ਲੋਕਾਂ ਨੇ ਇਹਨਾਂ ਗੱਲਾਂ ਦਾ ਬੁਰਾ ਮਨਾਇਆ। ਹਰਜੋਤ ਜੀ, ਪਹਿਲੀ ਵਾਰ ਸੀ ਜਦੋਂ ਜਰਨਲ ਵਰਗ ਸੜਕਾਂ ਤੇ ਆ ਗਿਆ, ਪ੍ਰੋਟੈਸਟ ਕੀਤਾ, ਮੈਮੋਰੰਡਮ ਕੀਤਾ, ਵਪਾਰੀ ਗਵਰਨਰ ਨੂੰ ਮੰਗ ਪੱਤਰ ਦੇ ਕੇ ਆ ਰਹੇ ਨੇ। ਇਹ ਸਾਰੇ ਮਸਲੇ ਉਹ ਸੀ ਜਿਹੜੇ ਆਮ ਲੋਕਾਂ ਦੇ ਸੀ। ਮੈਂ ਤਾਂ ਹਜੇ ਸਿੱਧੂ ਮੂਸੇਵਾਲੇ ਦਾ ਜਾਂ ਲੈਂਡ ਆਰਡਰ ਦਾ ਮਸਲਾ ਸ਼ਾਮਲ ਹੀ ਨਹੀਂ ਕਰ ਰਿਹਾ। ਇਹ ਉਹ ਮਸਲੇ ਨੇ, ਰਾਸ਼ਨ ਨਹੀਂ ਮਿਲ ਰਿਹਾ, ਸਰਕਾਰੀ ਮੁਲਾਜ਼ਮ ਉਹਨਾਂ ਦੀਆਂ ਬਦਲੀਆਂ ਨਹੀਂ ਹੋ ਰਹੀਆਂ। ਉਹਨਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਆਊਗੀ, ਸਾਨੂੰ ਬਿਨਾਂ ਪੈਸਾ ਦਿੱਤੇ ਬਦਲੀ ਸਾਡੀ ਹੋ ਜੂ। ਮੁਲਾਜ਼ਮਾਂ ਦੀਆਂ ਬਦਲੀਆਂ ਨਹੀਂ ਹੋ ਰਹੀਆਂ। ਮੀਤ ਹੇਅਰ ਦੇ ਘਰ ਦੇ ਬਾਹਰ, ਭਗਵੰਤ ਮਾਨ ਦੇ ਘਰ ਦੇ ਬਾਹਰ ਉਸੇ ਤਰ੍ਹਾਂ ਧਰਨੇ ਲੱਗ ਰਹੇ ਨੇ। ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਟੈਂਕੀਆਂ ਤੋਂ ਚੜ ਕੇ ਉਤਾਰਿਆ ਸੀ ਵੀ ਸਾਡੀ ਸਰਕਾਰ ਆ ਗਈ ਤੇ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ, ਉਹ ਸਾਰੇ ਲੋਕ ਹੁਣ ਗੁੱਸਾ ਕਰ ਰਹੇ ਨੇ। ਸਰਕਾਰੀ ਮੁਲਾਜ਼ਮ ਖਿਲਾਫ ਹੋਏ ਪਏ ਨੇ। ਜ਼ਰੂਰਤ ਤੋਂ ਵੱਧ ਵੀਡੀਓ ਬਣਾਉਣੀ ਹਰ ਕਿਸੇ ਦੀ, ਸਕੂਲ 'ਚ ਜਾ ਕੇ। ਫਿਰ ਸਰਕਾਰ ਦਾ ਇਹ ਕਹਿ ਦੇਣਾ ਕਿ ਸਕੂਲਾਂ ਦੇ ਮਾਮਲੇ 'ਚ ਜਿਹੜਾ ਪੰਜਾਬ ਨੰਬਰ 1 ਆਇਆ, ਸਾਡੀ ਸਰਕਾਰ ਦਾ ਇਹ ਕਹਿ ਦੇਣਾ ਕਿ ਰੰਗ ਰੋਗਨ ਕਰਨ ਨਾਲ ਆਦਰਸ਼ ਸਕੂਲ ਨਹੀਂ ਬਣਦੇ। ਸਾਡੇ ਸਕੂਲ ਨੰਬਰ 1 ਆਏ, ਨਾ ਭਗਵੰਤ ਮਾਨ ਜੀ ਨੇ ਅਧਿਆਪਕ ਸਨਮਾਨਿਤ ਕੀਤੇ, ਨਾ ਵਿਦਿਆਰਥੀ, ਨਾ ਮੀਤ ਹੇਅਰ ਨੇ ਅਧਿਆਪਕ ਸਨਮਾਨਿਤ ਕੀਤੇ, ਨਾ ਉਹਦਾ ਇਸ਼ਤਿਹਾਰ ਛਾਪਿਆ। ਇਹ ਮੰਨ ਲੈਣਾ ਕਿ ਸਿਰਫ ਦਿੱਲੀ ਦੇ ਸਕੂਲ ਹੀ ਆਦਰਸ਼ ਨੇ, ਮਾਡਲ ਨੇ, ਉਹ ਪੰਜਾਬੀਆਂ ਨੇ ਗੱਲਾਂ ਪਸੰਦ ਨਹੀਂ ਕੀਤੀਆਂ। ਦੇਖੋ, ਮੈਂ ਹਮੇਸ਼ਾ ਕਹਿੰਦਾ ਪੰਜਾਬੀ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਪਸੰਦ ਕਰਦੇ ਨੇ ਜਿਨ੍ਹਾਂ ਪੋਲੀਟੀਕਲ ਪਾਰਟੀਆਂ ਦੀ ਗਰਦਨ ਦੇ ਵਿੱਚ ਸਪਰਿੰਗ ਹੁੰਦਾ। ਇਹ ਪੰਜਾਬ ਦੀ ਪਰੰਪਰਾ ਹੈ, ਪੰਜਾਬ ਦੀ ਰਵਾਇਤ ਹੈ। ਸੋ ਪੰਜਾਬੀ ਲੋਕ ਹਮੇਸ਼ਾ ਉਸ ਪੋਲੀਟੀਕਲ ਪਾਰਟੀ ਨੂੰ ਪਸੰਦ ਕਰਦੇ ਨੇ। ਪ੍ਰਕਾਸ਼ ਸਿੰਘ ਬਾਦਲ ਬੜਾ ਲਚਕੀਲਾ ਮੁੱਖ ਮੰਤਰੀ ਸੀ, ਇਸੇ ਕਰਕੇ ਉਹ 5 ਵਾਰ ਪੰਜਾਬ ਦਾ ਮੁੱਖ ਮੰਤਰੀ ਰਹੇ। ਇਹ ਗੁਣ ਆਮ ਆਦਮੀ ਪਾਰਟੀ ਨੂੰ ਵੀ ਲੈ ਕੇ ਆਉਣਾ ਪੈਣਾ ਹੈ। ਔਰ ਲਾ ਐਂਡ ਆਰਡਰ ਦੇ ਉੱਤੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਲਾ ਐਂਡ ਆਰਡਰ ਉਹਨਾਂ ਚੰਗੀ ਤਰ੍ਹਾਂ ਨਹੀਂ ਮੇਨਟੇਨ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਸੀ। ਲਾ ਐਂਡ ਆਰਡਰ ਨਹੀਂ ਮੇਨਟੇਨ ਹੋ ਰਿਹਾ। ਦੂਸਰਾ, ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲਈ, ਹੋਰ ਵੀ ਲੋਕਾਂ ਦੀ ਸੁਰੱਖਿਆ ਵਾਪਸ ਲਈ, ਤੇ ਉਹ ਸੁਰੱਖਿਆ ਵਾਪਸੀ ਦਾ ਪ੍ਰਚਾਰ ਕਰਨਾ। ਲੋਕਾਂ ਨੂੰ ਇਹ ਵੀ ਬੁਰਾ ਲੱਗਿਆ ਕਿ ਅਖਬਾਰਾਂ 'ਚ ਤੁਸੀਂ ਇੰਨੇ ਇਸ਼ਤਿਹਾਰ ਦੇ ਰਹੇ ਹੋ, ਹਰ ਗੱਲ ਤੇ ਇਸ਼ਤਿਹਾਰ, ਤੇ ਫਿਰ ਦੂਜੇ ਸੂਬਿਆਂ 'ਚ ਵੀ ਇਸ਼ਤਿਹਾਰ। ਪੰਜਾਬ ਦਾ ਜਿਹੜਾ ਪੈਸਾ ਹੈ ਉਹ ਅਖਬਾਰਾਂ ਨੂੰ, ਟੈਲੀਵਿਜ਼ਨਾਂ ਨੂੰ ਇਸ ਤਰੀਕੇ ਨਾਲ ਵੰਡਣ ਲਈ ਨਹੀਂ ਹੈ। ਔਰ ਸਿਮਰਨਜੀਤ ਸਿੰਘ ਮਾਨ ਨੂੰ ਸੋਸ਼ਲ ਮੀਡੀਆ ਤੇ, ਟੈਲੀਵਿਜ਼ਨਾਂ ਤੇ, ਸੋਸ਼ਲ ਮੀਡੀਆ ਦੇ ਟੈਲੀਵਿਜ਼ਨਾਂ ਤੇ, ਨਿਊਜ਼ ਪੋਰਟਲਸ ਤੇ, ਵੈਬਸਾਈਟਸ ਤੇ ਸਾਰਿਆਂ ਨੇ ਉਹਨਾਂ ਦੀ ਕਵਰੇਜ ਕੀਤੀ। ਇਹ ਸਮਝ ਲਈਏ ਕਿ ਸਿਮਰਨਜੀਤ ਸਿੰਘ ਮਾਨ ਮੀਡੀਆ ਨੂੰ ਵੀ ਇੱਕ ਆਪਸ਼ਨ ਦਿਖੇ। ਇਹ ਸਾਰੇ ਕਾਰਨ ਰਹੇ ਜਿਹਦੇ ਕਰਕੇ ਮੈਨੂੰ ਲੱਗਦਾ ਹੈ ਇੰਨੀ ਵੱਡੀ ਹਾਰ। ਦੇਖੋ, ਭਾਵੇਂ 5822 ਵੋਟਾਂ ਦੀ ਹਾਰ ਸੀ, ਇੰਨੀ ਵੱਡੀ ਹਾਰ ਤੋਂ ਮਤਲਬ ਹੈ ਕਿ ਤੁਸੀਂ ਸੱਤਾ 'ਚ ਆਏ ਹੋ 3 ਮਹੀਨੇ ਬਾਅਦ। ਤੁਹਾਡੇ ਮੰਤਰੀ ਹਰਪਾਲ ਚੀਮਾ ਜੀ ਫਾਈਨਾਂਸ ਮਿਨਿਸਟਰ, ਦਿੜਬਾ ਤੋਂ ਉੱਥੋਂ ਆਮ ਆਦਮੀ ਪਾਰਟੀ ਹਾਰ ਗਈ। ਸੁਨਾਮ ਤੋਂ, ਲਹਿਰਾ ਗਾਗਾ ਤੋਂ ਜਿੱਤੀ, ਧੂਰੀ ਤੋਂ ਹਾਰ ਗਈ। ਜਿੱਥੇ ਮੁੱਖ ਮੰਤਰੀ ਚੁਣੇ ਜਾਂਦੇ ਨੇ ਉਸ ਸ਼ਹਿਰ 'ਚੋਂ ਆਮ ਆਦਮੀ ਪਾਰਟੀ ਹਾਰ ਗਈ। ਉੱਥੇ ਲੋਕਾਂ ਦਾ ਗਿਲਾ ਕਿ ਭਗਵੰਤ ਮਾਨ ਜੀ ਨੇ ਜ਼ਿਆਦਾ ਉੱਥੇ ਵਾਪਸੀ ਕੀਤੀ ਨਹੀਂ, ਵਾਪਸੀ ਆਏ ਨਹੀਂ ਜ਼ਿਆਦਾ, ਉੱਥੇ ਜਾਣਾ ਚਾਹੀਦਾ ਸੀ। ਫਿਰ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਭਗਵੰਤ ਮਾਨ ਜੀ ਦੇ ਹੈਲੀਕਾਪਟਰ ਦੇ ਦੌਰੇ, ਗੁਜਰਾਤ 'ਚ ਜਾ ਕੇ ਪ੍ਰਚਾਰ ਕਰਨਾ। ਹੁਣ ਤੁਸੀਂ ਦੇਖੋ, ਕੱਲ ਵਿਧਾਨ ਸਭਾ ਦੇ ਸੈਸ਼ਨ 'ਚੋਂ ਉਹ ਕੁੱਲੂ ਚਲੇ ਗਏ ਪ੍ਰਚਾਰ ਕਰਨ, ਮੁੱਖ ਮੰਤਰੀ ਸਾਹਿਬ। ਇਹ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਮਾਫਕ ਨਹੀਂ ਆ ਰਹੀਆਂ। ਹਾਂ, ਅਗਰ ਬੀਜੇਪੀ ਕਰਦੀ ਹੁੰਦੀ, ਕਾਂਗਰਸੀ ਕਰਦੇ ਹੁੰਦੇ, ਅਕਾਲੀ ਦਲ ਕਰਦਾ ਹੁੰਦਾ, ਉਹ ਕਰਦੇ ਵੀ ਰਹੇ ਹੈ, ਲੋਕਾਂ ਨੂੰ ਗੁੱਸਾ ਨਹੀਂ ਸੀ ਲੱਗਦਾ, ਲੋਕ ਇਤਰਾਜ਼ ਨਹੀਂ ਸੀ ਕਰਦੇ, ਕਿਉਂਕਿ ਲੋਕ ਇਹ ਮੰਨ ਚੁੱਕੇ ਸੀ ਕਿ ਇਹ ਪਾਰਟੀਆਂ ਇਸੇ ਤਰ੍ਹਾਂ ਵੇਸਟੇਜ ਆਫ ਮਨੀ ਐਂਡ ਟਾਈਮ ਕਰਨਗੀਆਂ। ਪਰ
ਇਸ ਕਰਕੇ ਆਮ ਆਦਮੀ ਪਾਰਟੀ ਨੂੰ ਲਿਆਏ ਨੇ, ਕਿਉਂਕਿ ਇਹ ਬਦਲਾਅ ਹੈ। ਜੋ ਕੰਮ ਉਹ ਕਰਦੇ ਸੀ, ਦੇਖੋ ਜਦੋਂ ਚਰਨਜੀਤ ਚੰਨੀ ਹੈਲੀਕਾਪਟਰ 'ਚ ਉੱਡਦਾ ਸੀ, ਇੱਕ ਪਿੰਡ ਤੋਂ ਉੱਡਦਾ ਸੀ ਦੂਜੇ ਪਿੰਡ ਤੇ ਲੈ ਜਾਂਦਾ ਸੀ, ਉਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਚਰਨਜੀਤ ਚੰਨੀ ਨੇ ਜਹਾਜ਼ ਨੂੰ ਖਿਡੌਣਾ ਬਣਾ ਰੱਖਿਆ, ਬੱਚਿਆਂ ਨੂੰ ਝੂਟੇ ਦਵਾ ਰਹੇ ਨੇ ਜੀ, ਪੰਜਾਬ ਦਾ ਖਜ਼ਾਨਾ ਖਰਾਬ ਹੋ ਰਿਹਾ ਜੀ, ਦੁਰਵਰਤੋਂ ਹੋ ਰਹੀ ਹੈ ਹੈਲੀਕਾਪਟਰ ਦੇ ਪੰਜਾਬ ਦੇ ਖਜ਼ਾਨੇ ਦੀ। ਤੇ ਹੁਣ ਜਦੋਂ ਆਪ ਇੰਨਾ ਜ਼ਿਆਦਾ ਹੈਲੀਕਾਪਟਰ ਰੈਲੀਆਂ ਲਈ ਵਰਤ ਰਹੇ ਨੇ, ਪ੍ਰਚਾਰ ਲਈ ਵਰਤ ਰਹੇ ਨੇ, ਤੇ ਲੋਕ ਜਦੋਂ ਮਸ਼ੀਨ ਤੇ ਬਟਨ ਦੱਬਣ ਗਏ, ਉਹਨਾਂ ਦੇ ਦਿਮਾਗ 'ਚ ਸਾਰੀਆਂ ਗੱਲਾਂ ਸੀ। ਆਮ ਆਦਮੀ ਜੀ ਪਾਰਟੀ ਕੋਈ ਗਲਤੀ ਕਰੇ, ਲੋਕ ਇਹ ਪਸੰਦ ਨਹੀਂ ਕਰਦੇ। ਲੋਕ ਆਮ ਆਦਮੀ ਪਾਰਟੀ ਨੂੰ ਪਰਫੈਕਟ ਦੇਖਣਾ ਚਾਹੁੰਦੇ ਨੇ। ਮੈਂ ਤਾਂ ਅਖੀਰ 'ਚ ਸਭ ਤੋਂ ਵੱਡਾ ਕਾਰਨ ਇਹ ਮੰਨਦਾ ਕਿ ਆਮ ਆਦਮੀ ਪਾਰਟੀ ਨੂੰ ਪਰਫੈਕਟ ਰਹਿਣਾ ਹੋਊਗਾ। ਬਿਲਕੁਲ, ਬਿਲकुल ਸਹੀ ਗੱਲ ਤੁਸੀਂ ਕਹੀ, ਕਿਉਂਕਿ ਰਵਾਇਤੀ ਪਾਰਟੀਆਂ ਤੋਂ ਵੱਖ ਸਮਝ ਕੇ ਹੀ ਲੋਕਾਂ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾ ਕੇ ਜਿਤਾਇਆ ਸੀ, ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਾਈ ਸੀ। ਪਰ ਹੁਣ ਭਗਵੰਤ ਮਾਨ ਦਾ ਆਪਣੇ ਹੀ ਪਿੰਡ ਸਤੌਜ ਤੋਂ ਹਾਰ ਜਾਣਾ ਇੱਕ ਬਹੁਤ ਹੀ ਵਾਕਈ ਵੱਡੇ ਸਵਾਲ ਆਮ ਆਦਮੀ ਪਾਰਟੀ ਤੇ ਬਣ ਗਏ ਨੇ ਕਿ ਕੀ ਇੰਨੇ ਕੁ ਸਮੇਂ ਦੌਰਾਨ ਹੀ ਲੋਕ ਆਪਣਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਖੋ ਚੁੱਕੇ ਨੇ ਪੰਜਾਬ ਸਰਕਾਰ ਤੋਂ। ਪਰ ਅਗਰ ਦੂਸਰੀਆਂ ਪਾਰਟੀਆਂ ਦੀ ਵੀ ਗੱਲ ਕਰ ਲਈਏ ਡੱਲਾ ਜੀ, ਅਗਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰ ਲਈਏ, ਉਹਨਾਂ ਦੀ ਪ੍ਰਧਾਨਗੀ ਦੇ ਉੱਪਰ ਹੁਣ ਸਵਾਲ ਬਣ ਰਹੇ ਨੇ। ਭਗਵੰਤ ਮਾਨ ਦੇ ਉੱਪਰ ਤਾਂ ਅਸੀਂ ਗੱਲ ਕਰ ਹੀ ਲਈਏ, ਨਾਲ ਹੀ ਬੀਜੇਪੀ ਦੇ ਉੱਪਰ ਗੱਲ ਕਰ ਲਈਏ, ਕਿਉਂਕਿ ਬਹੁਤ ਹੀ ਤੇਜ਼ੀ ਦੇ ਨਾਲ ਕੰਮ ਕਰਦੀ ਨਜ਼ਰ ਆ ਰਹੀ ਸੀ ਬੀਜੇਪੀ। ਕਈ ਕਾਂਗਰਸੀ ਆਗੂਆਂ ਨੂੰ ਉਹਨਾਂ ਨੇ ਆਪਣੀ ਪਾਰਟੀ ਵਿੱਚ ਜੋ ਹੈ ਮਿਲਾਇਆ ਸੀਗਾ ਤੇ ਵੱਡੇ ਵੱਡੇ ਨਾਮ ਉਹਨਾਂ ਦੇ ਅੰਦਰ ਗਏ ਸਨ। ਜਿਵੇਂ ਅਗਰ ਅਸੀਂ ਸੁਨੀਲ ਜਾਖੜ ਦੀ ਗੱਲ ਕਰ ਲਈਏ, ਸੋ ਸਵਾਲ ਉਹਨਾਂ ਤੇ ਵੀ ਖੜੇ ਹੋ ਰਹੇ ਨੇ ਜੋ ਆਪਣੀ ਪਾਰਟੀਆਂ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ। ਅੱਜ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਕਿਸ ਤਰੀਕੇ ਨਾਲ ਇਹਨਾਂ ਸਭ ਨੂੰ ਦੇਖਦੇ ਹੋ ਕਿ ਇਹਨਾਂ ਦੇ ਅੱਗੋਂ ਇਹਨਾਂ ਦੀ ਸਿਆਸੀ ਅਗਰ ਅਸੀਂ ਭਵਿੱਖ ਵੇਖੀਏ ਇਹਨਾਂ ਪਾਰਟੀਆਂ ਦੇ ਪੰਜਾਬ ਦੇ ਵਿੱਚ, ਉਹ ਕਿਵੇਂ ਨਜ਼ਰ ਆਉਂਦੇ ਨੇ? ਤੁਸੀਂ ਬਹੁਤ ਅਹਿਮ ਸਵਾਲ ਕੀਤੇ ਨੇ ਹਰਜੋਤ ਜੀ। ਪਹਿਲੀ ਤਾਂ ਗੱਲ, ਸੁਨੀਲ ਜਾਖੜ 4.5 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਸੀ ਕੈਪਟਨ ਅਮਰਿੰਦਰ ਦੇ ਨਾਲ। ਕੀ ਸੁਨੀਲ ਜਾਖੜ ਹੋਣਾ ਨੇ ਲੜਾਈ ਲੜੀ ਕੈਪਟਨ ਅਮਰਿੰਦਰ ਨਾਲ ਮਾਫੀਏ ਦੇ ਖਿਲਾਫ, ਰੇਤ ਮਾਫੀਏ ਦੇ ਖਿਲਾਫ, ਨਸ਼ੇ ਮਾਫੀਏ ਦੇ ਖਿਲਾਫ? ਓਨੀ ਨਹੀਂ ਲੜੀ। ਤੇ ਮੈਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਜਦੋਂ ਕਾਂਗਰਸ ਚਲੇ ਗਏ ਤੇ ਬੀਜੇਪੀ ਨੂੰ ਸ਼ਾਇਦ ਇਹ ਭੁਲੇਖਾ ਪੈ ਗਿਆ ਹੋਣਾ ਹੈ ਕਿ ਅਸੀਂ ਕਾਂਗਰਸ ਦੇ ਬਹੁਤ ਵੱਡੇ ਲੀਡਰ ਲਿਆਏ ਤੇ ਹੁਣ ਬੀਜੇਪੀ ਆਪਣੇ ਦਮ ਤੇ ਚੋਣ ਲੜੂਗੀ ਬਰਨਾਲਾ 'ਚ। ਕੇਵਲ ਢਿੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ। ਕੇਵਲ ਢਿੱਲੋਂ ਉਮੀਦਵਾਰ ਦੇ ਤੌਰ ਤੇ ਹੋਰ ਕੋਈ ਭਾਰਤੀ ਜਨਤਾ ਪਾਰਟੀ ਕੋਲੇ ਸ਼ਾਇਦ ਆਪਸ਼ਨ ਨਹੀਂ ਸੀ। ਉਹ ਗੱਲ ਸਮਝ ਆਉਂਦੀ ਹੈ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ। ਉਹ 2 ਵਾਰ ਪਹਿਲਾਂ ਬਰਨਾਲੇ ਤੋਂ ਐਮਐਲਏ ਰਹੇ ਨੇ ਔਰ ਇੱਕ ਵਾਰੀ ਐਮਪੀ ਦੀ ਚੋਣ ਲੜੇ ਨੇ। ਭਗਵੰਤ ਮਾਨ ਤੋਂ ਹਾਰੇ ਸੀ ਪਰ ਦੂਜੇ ਨੰਬਰ ਤੇ ਰਹੇ ਸੀ। ਇਸ ਵਾਰ ਉਹ ਚੌਥੇ ਨੰਬਰ ਤੇ ਆ ਗਏ। ਦੂਜੇ ਨੰਬਰ ਤੇ ਉਦੋਂ ਰਹੇ ਜਦੋਂ ਉਹ ਕਾਂਗਰਸ 'ਚ ਸੀ। ਜਦੋਂ ਬੀਜੇਪੀ 'ਚ ਆ ਗਏ, ਉਹ ਤਰੱਕੀ ਕਰਨ ਦੀ ਬਜਾਏ ਉਹਨਾਂ ਦੀ ਡਿਮੋਸ਼ਨ ਹੋ ਗਈ, ਉਹ ਚੌਥੇ ਨੰਬਰ ਤੇ ਆ ਗਏ। ਬੀਜੇਪੀ ਨੂੰ ਇਹ ਲੱਗਦੀ ਸੀ ਵੀ ਕਾਂਗਰਸ ਦੇ ਵੱਡੇ ਵੱਡੇ ਲੀਡਰ ਆ ਗਏ ਸਾਡੇ ਕੋਲੇ, ਬਲਬੀਰ ਸਿੱਧੂ ਆ ਗਏ ਸਾਬਕਾ ਮੰਤਰੀ, ਸਾਡੇ ਕੋਲੇ ਸ਼ਾਮ ਸੁੰਦਰ ਅਰੋੜਾ ਆ ਗਏ ਸਾਬਕਾ ਮੰਤਰੀ, ਸਾਡੇ ਕੋਲੇ ਰਾਜਕੁਮਾਰ ਵੇਰਕਾ ਆ ਗਏ ਸਾਬਕਾ ਮੰਤਰੀ, ਸੁਨੀਲ ਜਾਖੜ ਜੀ ਆ ਗਏ ਸਾਬਕਾ ਪ੍ਰਧਾਨ, ਸਾਬਕਾ ਐਮਪੀ। ਤੇ ਬੀਜੇਪੀ ਨੂੰ ਲੱਗ ਰਿਹਾ ਸੀ ਵੀ ਅਸੀਂ ਤਾਂ ਕਾਂਗਰਸਮਈ ਮਾਹੌਲ ਬਣਾਤਾ ਪੰਜਾਬ 'ਚ ਤੇ ਕਾਂਗਰਸ ਦੇ ਲੀਡਰ ਤਾਂ ਹੁਣ ਸਾਡੇ ਵੱਲ ਆਉਣਗੇ, ਜਿਹੜੀ ਕਾਂਗਰਸ ਦੀ ਵੋਟ ਹੈ ਉਹ ਸਾਨੂੰ ਹੀ ਪੈ ਜੂ। ਹਾਲਾਂਕਿ तमाम ਕੋਸ਼ਿਸ਼ਾਂ ਦੇ ਬਾਵਜੂਦ ਬੀਜੇਪੀ 66,000 ਤੱਕ ਤਾਂ ਪਹੁੰਚ ਗਈ, ਆਪਣੇ ਦਮ ਤੇ ਲੜੀ ਸੀ, ਪਰ ਨੰਬਰ ਚੌਥਾ ਹੀ ਰਿਹਾ ਬੀਜੇਪੀ ਦਾ। ਜੇ ਨੰਬਰ ਤੀਜੇ ਤੇ ਵੀ ਬੀਜੇਪੀ ਆ ਜਾਂਦੀ, ਘੱਟੋ ਘੱਟ ਕਾਂਗਰਸ ਤੋਂ ਉੱਪਰ ਆ ਜਾਂਦੀ ਤੇ ਗੱਲ ਸਮਝ ਆਉਂਦੀ। ਇਹਦਾ ਮਤਲਬ ਹੈ ਕਾਂਗਰਸ ਦੇ ਲੀਡਰ ਧਾਰੇ ਲੈ ਕੇ ਵੀ ਬੀਜੇਪੀ ਕਾਂਗਰਸ ਤੋਂ ਅੱਗੇ ਨਹੀਂ ਨਿਕਲ ਸਕੀ। ਦਲਬੀਰ ਗੋਲਡੀ 70,000 75,000 ਤੋਂ ਪਾਰ ਕਰਾ ਗਿਆ, 80 ਤੋਂ ਥੋੜੀ ਜਿਹੀਆਂ ਘੱਟ ਰਹੀਆਂ, ਸ਼ਾਇਦ 77 78,000 ਵੋਟਾਂ ਲੈ ਗਿਆ ਦਲਬੀਰ ਗੋਲਡੀ ਵੀ। ਪਰ ਜ਼ਮਾਨਤ ਕਾਂਗਰਸ ਦੀ ਵੀ ਜ਼ਬਤ ਹੋਈ, ਅਕਾਲੀ ਦਲ ਦੀ ਵੀ, ਬੀਜੇਪੀ ਦੀ ਵੀ। ਹੁਣ ਬੀਜੇਪੀ ਨੂੰ ਇਹ ਸੋਚਣਾ ਪਊਗਾ ਉਧਾਰੇ ਲੀਡਰਾਂ ਦੇ ਨਾਲ ਪੰਜਾਬ 'ਚ ਅੱਗੇ ਨਹੀਂ ਆਇਆ ਜਾ ਸਕਦਾ। ਮੈਨੂੰ ਲੱਗਦਾ ਸੁਨੀਲ ਜਾਖੜ ਸਾਹਿਬ ਨੂੰ ਵੀ ਇਹ ਝਟਕਾ ਲੱਗੂਗਾ ਹੁਣ ਬੀਜੇਪੀ 'ਚ। ਬੀਜੇਪੀ ਸ਼ਾਇਦ ਉਨੀ ਤਵੱਜੋ ਹੁਣ ਬੀਜੇਪੀ ਕਾਂਗਰਸ 'ਚੋਂ ਗਏ ਲੀਡਰਾਂ ਨੂੰ ਨਹੀਂ ਦੇਗੀ। ਇੱਕ ਹੋਰ ਅਹਿਮ ਗੱਲ ਹੈ, ਸੁਖਬੀਰ ਬਾਦਲ ਫੇਰ ਗਲਤੀ ਤੇ ਗਲਤੀ ਕਰ ਗਏ। ਸੁਖਬੀਰ ਬਾਦਲ ਅਗਰ ਸਿਮਰਨਜੀਤ ਸਿੰਘ ਮਾਨ ਦਾ ਬਿਨਾਂ ਸ਼ਰਤ ਸਮਰਥਨ ਕਰ ਦਿੰਦੇ ਤੇ ਅੱਜ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਲੋਕਾਂ ਨੇ ਇੰਜ ਦੇਖਣਾ ਸੀ ਜਿਵੇਂ ਉਹ ਅਕਾਲੀ ਦਲ ਦੀ ਜਿੱਤ ਹੋਈ ਹੈ। ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰ ਗਿਆ, ਇਸ ਕਰਕੇ ਸਿਮਰਨਜੀਤ ਮਾਨ ਜਿੱਤੇ ਨੇ। ਗੱਲ ਫਿਰ ਇਸ ਤਰ੍ਹਾਂ ਚੱਲ ਪੈਣੀ ਸੀ, ਉਹਦੇ ਨਾਲ ਪੰਜਾਬ 'ਚ ਅਕਾਲੀ ਦਲ ਦੇ ਆਧਾਰ ਦੀ ਕਾਇਮੀ ਵਾਲੇ ਪਾਸੇ ਗੱਲ ਤੁਰਨੀ ਸੀ। ਪਰ ਸਿਮਰਨਜੀਤ ਮਾਨ ਜ਼ਿਆਦਾ ਸਿਆਣੇ ਰਹੇ, ਉਹਨਾਂ ਨੇ ਅਕਾਲੀ ਦਲ ਤੋਂ ਸਮਰਥਨ ਵੀ ਨਹੀਂ ਲਿਆ, ਉਹਨਾਂ ਦੇ ਨਾਲ ਚੱਲੇ ਵੀ ਨਹੀਂ। ਉਹਦੇ ਨਾਲ ਕੀ ਹੋਇਆ ਕਿ ਹੁਣ ਅਕਾਲੀ ਦਲ 5ਵੇਂ ਨੰਬਰ ਤੇ ਆ ਗਿਆ ਤੇ ਸਿਮਰਨਜੀਤ ਸਿੰਘ ਮਾਨ ਜਿੱਤ ਗਏ।
ਲੋਕਾਂ 'ਚ ਇਹ ਸੁਨੇਹਾ ਚਲਿਆ ਗਿਆ ਕਿ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਤੋਂ ਬਿਨਾਂ ਜਿੱਤਿਆ ਔਰ ਅਕਾਲੀ ਦਲ ਦੀ ਬਹੁਤ ਵੱਡੀ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਵੀ ਪਈ ਹੋਣੀ ਹੈ, ਕਿਉਂਕਿ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਪਹਿਲਾਂ ਵੀ ਐਮਪੀ ਰਹੇ ਹੈ, ਲਗਾਤਾਰ ਮੁੱਦਿਆਂ ਤੇ ਵਿਚਰਦੇ ਰਹੇ ਨੇ। ਸੁਖਬੀਰ ਬਾਦਲ ਸ਼ਾਇਦ ਗਲਤੀ ਕਰ ਗਏ, ਅਗਰ ਸਿਮਰਨਜੀਤ ਸਿੰਘ ਮਾਨ ਨਾਲ ਸਹਿਮਤੀ ਬਣਾ ਦਿੰਦੇ ਤੇ ਉਹ ਇੱਕ ਪਰਿਪਕਵ, ਹਿੰਦੀ ਦਾ ਸ਼ਬਦ ਹੈ, ਪੰਜਾਬੀ ਚ ਕਹਿ ਦਿੰਦੇ ਆ ਕਿ ਉਹ ਇੱਕ ਮਜ਼ਬੂਤ ਠਰਮੇ ਵਾਲੇ ਲੀਡਰ ਦੇ ਤੌਰ ਤੇ ਆਪਣੀ ਪਛਾਣ ਬਣਾ ਸਕਦੇ ਸੀ। ਪਰ ਹੁਣ ਉਹਨਾਂ ਦੀ ਪ੍ਰਧਾਨਗੀ ਤੇ ਫਿਰ ਸਵਾਲ ਚੱਕੇ ਜਾਇਆ ਕਰਨਗੇ। ਸਿਮਰਨਜੀਤ ਮਾਨ ਨੇ ਉਹਨਾਂ ਦੀ ਪ੍ਰਧਾਨਗੀ ਤੇ ਸਵਾਲ ਚੱਕ ਦੇਣੇ ਨੇ, ਸੁਖਦੇਵ ਢੀਂਡਸੇ ਨੇ ਚੱਕ ਦੇਣੇ ਨੇ, ਤੇ ਆਉਂਦੇ ਦਿਨਾਂ 'ਚ ਸਿਮਰਨਜੀਤ ਸਿੰਘ ਮਾਨ ਦੀ ਕੋਸ਼ਿਸ਼ ਹੋਊਗੀ ਕਿ ਜਿੰਨੇ ਅਕਾਲੀ ਦਲ ਨੂੰ ਚਾਹਣ ਵਾਲੇ ਨੇ, ਪੰਥਕ ਏਜੰਡੇ ਦੇ ਲੋਕ ਨੇ, ਉਹ ਅਕਾਲੀ ਦਲ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਆ ਜਾਣ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਹਮੇਸ਼ਾ ਇਹ ਕਹਿੰਦੇ ਨੇ ਕਿ ਅਸੀਂ ਅਸਲੀ ਅਕਾਲੀ ਦਲ ਆ ਤੇ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਬਾਦਲ ਹੈ, ਉਹ ਬਾਦਲ ਪਰਿਵਾਰ ਦਾ ਅਕਾਲੀ ਦਲ ਹੈ, ਇਹ ਇਲਜ਼ਾਮ ਲਾਉਂਦੇ ਨੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, 100 ਸਾਲ ਪੁਰਾਣੀ ਪਾਰਟੀ ਹੈ, ਪਰ ਮੈਂ ਦਾਅਵਿਆਂ ਦੀ ਗੱਲ ਕਰਦਾ। ਇਸ ਹਾਰ ਨੇ ਸੁਖਬੀਰ ਬਾਦਲ ਦਾ ਕੱਦ ਹੋਰ ਛੋਟਾ ਕਰਤਾ ਔਰ ਹੁਣ 2024 ਚ ਸੁਖਬੀਰ ਬਾਦਲ ਲਈ, ਹਰਸਿਮਰਤ ਕੌਰ ਬਾਦਲ ਲਈ ਆਪਣੀਆਂ ਲੋਕ ਸਭਾ ਸੀਟਾਂ ਬਚਾਉਣੀਆਂ ਚੁਣੌਤੀ ਬਣ ਜਾਣਗੀਆਂ ਅਗਰ ਉਹ ਅਕਾਲੀ ਦਲ ਦੇ ਵਿੱਚ ਦੁਬਾਰਾ ਰੂਹ ਨਾ ਫੂਕ ਸਕੇ, ਅਕਾਲੀ ਦਲ ਨੂੰ ਪੰਥਕ ਏਜੰਡਿਆਂ ਤੇ ਸਾਫ਼ ਸੁਥਰੇ ਤਰੀਕੇ ਨਾਲ ਅੱਗੇ ਨਾ ਵਧਾ ਸਕੇ। ਔਰ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਨਾਲ ਕਿ ਬੀਜੇਪੀ ਦੇ ਔਰ ਅਕਾਲੀ ਦਲ ਨੇ ਕੀ ਗਲਤੀ ਕੀਤੀ, ਸੋ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਦੀ ਗਲਤੀ ਰਹਿ ਗਈ ਕਿ ਉਹ ਸਮਰਥਨ ਨਹੀਂ ਕੀਤਾ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦਾ। ਔਰ ਭਗਵੰਤ ਮਾਨ ਦੀ ਜਿਹੜੀ ਤੁਸੀਂ ਗਲਤੀ ਕਹੀ, ਭਗਵੰਤ ਮਾਨ ਦੀਆਂ ਗਲਤੀਆਂ ਕਿਸੇ ਤਰੀਕੇ ਨਾਲ ਅਸੀਂ ਉਹੀ ਕਹਿ ਸਕਦੇ ਹਾਂ ਜਿਹੜੀਆਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਭਗਵੰਤ ਮਾਨ ਨੂੰ ਵੀਡੀਓ ਜਾਰੀ ਕਰਕੇ, ਟਵੀਟ ਜਾਰੀ ਕਰਕੇ ਸਿਰਫ ਕੰਮ ਨਹੀਂ ਸਾਰਨਾ ਚਾਹੀਦਾ। ਚਰਨਜੀਤ ਚੰਨੀ ਹੋਣਾ ਦੀ ਤਰ੍ਹਾਂ ਸਿਰਫ ਐਲਾਨ ਨਹੀਂ, ਤੁਸੀਂ ਦੇਖੋ ਵੀਡੀਓ ਜਾਰੀ ਕਰਤੀ ਕਿ ਅਸੀਂ 1 ਪੈਨਸ਼ਨ 1 ਰੈਂਕ ਕਰਤਾ, 1 ਐਮਐਲਏ 1 ਪੈਨਸ਼ਨ ਕਰਤਾ। ਹਜੇ ਤਾਂ ਵਿਧਾਨ ਸਭਾ ਚ ਕਾਨੂੰਨ ਹੀ ਨਹੀਂ ਪਾਸ ਹੋਇਆ, ਹਜੇ ਤਾਂ ਹੁਣ ਕੱਲ ਨੂੰ ਬਜਟ ਸੈਸ਼ਨ ਹੈ, ਆ ਬਜਟ ਸੈਸ਼ਨ ਚ ਕਾਨੂੰਨ ਪਾਸ ਹੋਊਗਾ, ਮਤਾ ਬਿੱਲ ਆਊਗਾ, ਬਿੱਲ ਪਾਸ ਹੋਊਗਾ, ਉਹ ਗਵਰਨਰ ਕੋਲੇ ਜਾਊਗਾ, ਅਗਰ ਗਵਰਨਰ ਸਾਹਿਬ ਉਹਨੂੰ ਸਾਈਨ ਕਰਦੇ ਨੇ ਫਿਰ ਉਹਨੇ ਕਾਨੂੰਨ ਬਣਨਾ, ਤਦ ਤੱਕ ਤਾਂ ਪੈਨਸ਼ਨ ਇੱਕ ਜਾ ਹੀ ਨਹੀਂ ਸਕਦੀ। ਸੋ 3 ਮਹੀਨਿਆਂ ਦਾ ਕਹਿ ਰਹੇ ਨੇ ਅਸੀਂ 1 ਰੈਂਕ, ਅਸੀਂ 1 ਐਮਐਲਏ 1 ਪੈਨਸ਼ਨ ਕਰਤੀ। ਹੋ ਸਕਦਾ 1 ਐਮਐਲਏ ਦੀ ਪੈਨਸ਼ਨ ਜਾ ਵੀ ਰਹੀ ਹੋਵੇ, ਪਰ ਮੈਨੂੰ ਉਹਦੇ ਤੇ ਭਰੋਸਾ ਨਹੀਂ ਕਿ ਜਾ ਰਹੀ ਹੋਣੀ ਹੈ, ਕਿਉਂਕਿ ਕਾਨੂੰਨ ਹੀ ਨਹੀਂ ਬਣਿਆ ਹਜੇ। ਚਲੋ ਉਹ ਕਾਨੂੰਨ ਬਣੂਗਾ। ਹੁਣ 36,000 ਮੁਲਾਜ਼ਮਾਂ ਨੂੰ ਸ਼ੁਰੂਆਤ 'ਚ ਹੀ ਕਹਿਤਾ ਵੀ ਬਸ ਅਸੀਂ ਪੱਕੇ ਕਰ ਦਿਆਂਗੇ, ਤੇ ਹੁਣ ਕਾਨੂੰਨ ਲਿਆਣਗੇ। ਅਕਾਲੀ ਦਲ ਵੀ ਪੱਕੇ ਕਰ ਚੁੱਕਿਆ ਪਹਿਲਾਂ, ਚੰਨੀ ਵੀ ਕਾਨੂੰਨ ਲਿਆ ਕੇ ਵਿਧਾਨ ਸਭਾ 'ਚ ਪੱਕੇ ਕਰ ਚੁੱਕਿਆ। ਹੁਣ ਕੀ ਇਹਨਾਂ ਦੇ ਲਿਆਏ ਕਾਨੂੰਨ ਨਾਲੋਂ ਪੱਕੇ ਹੋ ਜਾਣਗੇ? ਇਹ ਵੀ ਸਵਾਲ ਬਹੁਤ ਵੱਡਾ ਹੈ। ਸੋ ਭਗਵੰਤ ਮਾਨ ਉਹਨਾਂ ਨੂੰ ਵੀ ਜਿਹੜੇ ਕੰਮ ਤੁਰੰਤ ਨੋਟੀਫਿਕੇਸ਼ਨ ਹੋ ਜਾਣ, ਜਿਹੜੇ ਕੰਮ ਤੁਰੰਤ ਅਮਲੀ ਜਾਵਾਂ ਜਿਨ੍ਹਾਂ ਦਾ ਪੈ ਜੇ, ਉਹਨਾਂ ਕੰਮਾਂ ਤੇ ਜ਼ੋਰ ਦੇਣਾ ਚਾਹੀਦਾ। ਇਹ 'ਚ ਕੋਈ ਦੋ ਰਾਏ ਨਹੀਂ ਹੈ। ਉਹਨਾਂ ਦੀ ਕਰਪਸ਼ਨ ਦੇ ਖਿਲਾਫ ਹੈਲਪਲਾਈਨ ਕਾਮਯਾਬ ਹੈ, ਕਈ ਸਾਬਕਾ ਮੰਤਰੀ ਐਮਐਲਏ ਉਹਨਾਂ ਨੇ ਅੰਦਰ ਦੇਤੇ, ਕਈਆਂ ਦੀ ਜਾਂਚ ਚੱਲ ਰਹੀ ਹੈ, ਉਹ ਜਾਂਚ ਰੁਕੇ ਨਾ, ਨਿਰਪੱਖਤਾ ਦੇ ਨਾਲ ਹੋਵੇ। ਇਹ ਵੀ ਭਗਵੰਤ ਮਾਨ ਦਾ ਟੈਸਟ ਹੋਣਾ ਹੈ ਵੀ ਕੀ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲੀ ਹੈ, ਕਿ ਉਹਦੀ ਵੀ ਜਾਂਚ ਕੈਪਟਨ ਅਮਰਿੰਦਰ ਵਿਜੀਲੈਂਸ ਤੋਂ ਕਰਾਊਗਾ? ਕੀ ਭਗਵੰਤ ਮਾਨ ਕੈਪਟਨ ਵਿਜੀਲੈਂਸ ਬਿਊਰੋ ਨੂੰ ਕਹਿਣਗੇ ਵੀ ਕੈਪਟਨ ਅਮਰਿੰਦਰ ਦੀ ਚਿੱਟੀ ਚਿੱਟ ਫਰੋਲੋ ਵੀ ਉਹ ਕਿਉਂ ਮਿਲੀ? ਇਹ ਸਾਰੇ ਸਵਾਲ ਨੇ ਜਿਹੜੇ ਹੁਣ ਭਗਵੰਤ ਮਾਨ ਤੇ ਲੋਕ ਦੇਖਣਾ ਚਾਹੁੰਦੇ ਨੇ। ਅਗਰ ਭਗਵੰਤ ਮਾਨ ਇਹ ਚੀਜ਼ਾਂ ਕਰ ਗਏ ਫਿਰ ਉਹ ਦੁਬਾਰਾ ਜਿਹੜੇ ਨੇ ਪੋਲੀਟੀਕਲ ਤੌਰ ਤੇ ਮਜ਼ਬੂਤ ਹੋ ਜਾਣਗੇ। ਔਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਧੜਾ ਇਹੋ ਜਿਹਾ ਹੋ ਸਕਦਾ ਜਿਹੜਾ ਇਸ ਹਾਰ ਨੂੰ ਭਗਵੰਤ ਮਾਨ ਦੀ ਜ਼ਿੰਮੇਵਾਰੀ ਦੇ ਤੌਰ ਤੇ ਇਲਜ਼ਾਮ ਲਾ ਸਕਦਾ ਹੈ, ਚਾਹੇ ਉਹ ਪਾਰਟੀ ਦੇ ਅੰਦਰ, ਆਮ ਆਦਮੀ ਪਾਰਟੀ ਦੇ ਅੰਦਰ ਹੀ ਗੱਲ ਤੁਰੇ। ਸੋ ਕਿਉਂਕਿ ਦੇਖੋ ਧੜੇਬਾਜ਼ੀ ਹਰ ਪਾਰਟੀ 'ਚ ਹੈ। ਦਿੱਲੀ 'ਚ ਕਈ ਲੀਡਰ ਹੈਗੇ ਨੇ ਜਿਹੜੇ ਚਾਹੁੰਦੇ ਸੀ ਵੀ ਭਗਵੰਤ ਮਾਨ ਦੀ ਜਗ੍ਹਾ ਅਸੀਂ ਕਿਸੇ ਹੋਰ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਈਏ। ਹਾਲਾਂਕਿ ਹੁਣ ਤਾਂ ਭਗਵੰਤ ਮਾਨ ਬਹੁਤ ਚੰਗਾ ਕੰਮ ਕਰ ਰਹੇ ਨੇ, ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦੀ ਟਿਊਨਿੰਗ ਵੀ ਚੰਗੀ ਹੈ, ਪਰ ਮੈਂ ਪੁਰਾਣੀਆਂ ਗੱਲਾਂ ਕਰ ਰਿਹਾ ਸੀ। ਜੀ 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 ਬਿਲਕੁਲ। ਤੇ ਡੱਲਾ ਜੀ ਇੱਥੇ ਸਵਾਲ ਦੇਖੋ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਇਹ ਵੀ ਬਣ ਜਾਣਗੇ ਕਿ ਕਿਹੜੇ ਮੁੱਦਿਆਂ ਦੇ ਉੱਪਰ ਉਹ ਸਿਆਸਤ ਕਰਦੇ ਨਜ਼ਰ ਆਣਗੇ। 2024 ਵਿੱਚ ਬਾਕੀ ਹੋਰ ਪਾਰਟੀਆਂ ਦੇ ਲਈ ਇੱਕ ਚੁਣੌਤੀ ਬਣਦੇ ਵੀ ਨਜ਼ਰ ਆਣਗੇ। ਇਸ ਮੁੱਦੇ ਤੇ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਜੋ SYL ਗਾਣਾ ਸਿੱਧੂ ਮੂਸੇਵਾਲਾ ਦਾ ਬੈਨ ਕਰ ਦਿੱਤਾ ਗਿਆ ਸਾਡੇ ਦੇਸ਼ ਦੇ ਵਿੱਚ, ਉਸ ਨੂੰ ਲੈ ਕੇ ਉਹਨਾਂ ਦੇ ਚਾਹਣ ਵਾਲਿਆਂ ਵਿੱਚ ਨਿਰਾਸ਼ਾ ਤਾਂ ਹੈ ਹੀ ਹੈ, ਪਰ ਨਾਲ ਦੀ ਨਾਲ ਸਵਾਲ ਉੱਠ ਰਹੇ ਨੇ। ਜਿਵੇਂ ਹੀ
ਜਦੋਂ ਜਿੱਤ ਹਾਰ ਅਨਾਉਂਸ ਹੁੰਦੀ ਹੈ, ਸਿਮਰਨਜੀਤ ਸਿੰਘ ਮਾਨ ਜਿੱਤ ਜਾਂਦੇ ਨੇ, ਉਸ ਤੋਂ ਬਾਅਦ ਗਾਣਾ ਇੱਕਦਮ ਜੋ ਹੈ ਬੈਨ ਹੋ ਜਾਂਦਾ ਹੈ। ਕੀ ਅਰਥ ਕੱਢੇ ਜਾ ਸਕਦੇ ਨੇ ਕਿ ਪੰਜਾਬ ਦੇ ਮੁੱਦੇ ਚੱਕੇ ਗਏ ਸੀ? ਸਵਾਲ ਇਹ ਲੋਕਾਂ ਦਾ ਬਣ ਰਿਹਾ ਕਿ ਪੰਜਾਬ ਦੇ ਮੁੱਦੇ ਜਿੱਥੇ ਜਿੱਥੇ ਚੱਕੇ ਜਾਂਦੇ ਨੇ ਉਹ ਆਵਾਜ਼ ਦੱਬ ਦਿੱਤੀ ਜਾਂਦੀ ਹੈ। ਦੇਖੋ, ਦੋ ਗੱਲਾਂ ਨੇ, ਕਿਉਂਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸੁਪਰੀਮ ਕੋਰਟ 'ਚ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ, ਕੇਂਦਰ ਸਰਕਾਰ ਨੂੰ ਮੋਹਲਤ ਦਿੱਤੀ ਹੈ ਵੀ ਕੇਂਦਰ ਸਰਕਾਰ ਪੰਜਾਬ ਤੇ ਹਰਿਆਣੇ ਨੂੰ ਅਗਰ ਆਪਸੀ ਤੌਰ ਤੇ ਰਜ਼ਾਮੰਦੀ ਕਰਾ ਦੇ ਤੇ ਇਹ ਮਸਲੇ ਦਾ ਹੱਲ ਹੋ ਸਕਦਾ ਹੈ। ਇਸ ਮਸਲੇ 'ਚ ਨਰਿੰਦਰ ਮੋਦੀ ਫੇਲ ਹੋਏ ਨੇ, ਇਸ ਮਸਲੇ 'ਚ ਚਰਨਜੀਤ ਚੰਨੀ ਵੀ ਫੇਲ ਹੋਏ ਨੇ। ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਸੀ, ਉਹ ਹਰਿਆਣੇ ਦੇ ਮੁੱਖ ਮੰਤਰੀ ਨਾਲ ਰਾਬਤਾ ਕਰਕੇ ਇਸ ਮਸਲੇ ਨੂੰ ਸਾਂਝੇ ਤੌਰ ਤੇ ਨਿਪਟਾ ਸਕਦੇ ਸੀ। ਇਹ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ ਹੋਰ ਵਕਤ ਮੰਗ ਲਿਆ। ਹੁਣ ਇਹ ਮਾਮਲਾ ਸੁਪਰੀਮ ਕੋਰਟ 'ਚ ਹੈ। ਕੇਂਦਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਪੰਜਾਬ 'ਚੋਂ ਗਾਣਾ ਆਇਆ ਤੇ ਹਰਿਆਣੇ 'ਚੋਂ ਵੀ ਇਸ ਤਰੀਕੇ ਦੀਆਂ ਜਿਹੜੇ ਕਲਾਕਾਰ ਨੇ ਉਹ ਆਵਾਜ਼ਾਂ ਬੁਲੰਦ ਕਰਨ ਲੱਗ ਗਏ। ਕੇਂਦਰ ਸਰਕਾਰ ਨੂੰ ਚਿੰਤਾ ਇਹ ਸੀ ਵੀ ਕਿਤੇ ਇਹ ਮਸਲਾ ਹਰਿਆਣੇ ਤੇ ਪੰਜਾਬ ਦੇ ਵਿੱਚ ਦੁਬਾਰਾ ਜ਼ਿਆਦਾ ਵੱਡਾ ਮੁੱਦਾ ਨਾ ਬਣ ਜਾਏ, ਕਿਤੇ ਸਿਚੁਏਸ਼ਨ ਕੋਈ ਕੱਲ ਨੂੰ ਲਾ ਐਂਡ ਆਰਡਰ ਨਾਲ ਨਾ ਆ ਕੇ ਜੁੜੇ। ਦੂਸਰਾ, ਸਤਲੁਜ ਯਮੁਨਾ ਲਿੰਕ ਨਹਿਰ ਪੰਜਾਬੀਆਂ ਦੇ ਲਈ ਅੱਜ ਵੀ ਬਹੁਤ ਵੱਡਾ ਮੁੱਦਾ ਹੈ। ਪੰਜਾਬ ਕੋਲੇ ਪਾਣੀ ਨਹੀਂ ਹੈ, ਕੇਂਦਰ ਸਰਕਾਰ ਨੂੰ ਕੋਈ ਵਿੱਚ ਦਾ ਰਸਤਾ ਕੱਢਣਾ ਪੈਣਾ ਹੈ। ਰਾਵੀ ਵਾਲਾ ਜਿਹੜਾ ਫਾਲਤੂ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਉਹ ਮੋੜ ਕੇ ਲਿਆਉਣਾ ਪੈਣਾ ਸਾਨੂੰ, ਤਾਂ ਕਿ ਉਹ ਪਾਕਿਸਤਾਨ ਵੱਲ ਵਾਧੂ ਜਾ ਰਿਹਾ ਉਹ ਅਸੀਂ ਵਰਤੀਏ। ਜਦੋਂ ਕੇਂਦਰ ਸਰਕਾਰ ਇਹ ਪ੍ਰੋਜੈਕਟ ਪੂਰੇ ਕਰਕੇ ਦਵੇ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ, ਹਰਿਆਣੇ ਦੇ ਮੁੱਖ ਮੰਤਰੀ ਨਾਲ ਕੋਈ ਸਾਂਝਾ ਸਮਝੌਤਾ ਬਣਾ ਸਕਦੇ ਨੇ ਜਿਹਦੇ 'ਚ ਪੰਜਾਬ ਦੇ ਕਿਸਾਨਾਂ ਦੀ ਔਰ ਸਾਰੇ ਕਿਸਾਨ ਸੰਗਠਨਾਂ ਦੀ ਸ਼ਮੂਲੀਅਤ ਹੋਵੇ। ਅਸੀਂ ਕਿਸੇ ਸਾਂਝੇ ਸਮਝੌਤੇ ਤੇ ਫੇਰ ਪਹੁੰਚ ਸਕਦੇ ਹਾਂ। ਦੇਖੋ, ਜਦੋਂ ਪੱਥਰ ਲਾਤੇ ਸੀ ਹਰਿਆਣੇ ਦੇ ਮੁੱਖ ਮੰਤਰੀ ਨੇ ਸੜਕਾਂ ਤੇ ਹਰਿਆਣੇ ਦੇ ਕਿਸਾਨਾਂ ਨੇ ਤਾਂ ਪੰਜਾਬ ਦੇ ਕਿਸਾਨਾਂ ਦੀ ਰੋਟੀ ਪਾਣੀ ਦਾ ਵੀ ਇੰਤਜ਼ਾਮ ਕੀਤਾ, ਚਾਹ ਦਾ ਵੀ ਇੰਤਜ਼ਾਮ ਕੀਤਾ, ਤੇ ਦੋਵੇਂ ਕਿਸਾਨ ਪੰਜਾਬ ਤੇ ਹਰਿਆਣੇ ਦੇ ਇਕੱਠੇ ਰਹੇ ਅੰਦੋਲਨ 'ਚ। ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਜੇ ਸਾਡੇ ਕਿਸਾਨਾਂ ਤੇ ਛੱਡ ਦਿੱਤਾ ਜਾਵੇ, ਇਹਨਾਂ ਨੇ ਵੀ ਨਿਬੜ ਲੈਣਾ। ਇੱਛਾ ਸ਼ਕਤੀ ਸਰਕਾਰਾਂ ਦੀ ਹੈ। ਜਿੱਥੋਂ ਤੱਕ ਗਾਣਾ ਬੈਨ ਕਰਨ ਦੀ ਗੱਲ ਹੈ, ਕੇਂਦਰ ਸਰਕਾਰ ਨੇ ਇਹ ਕੱਲ ਦੇ ਕੱਲ ਨਹੀਂ ਕੀਤਾ। ਇਹਦੀ ਕਾਰਵਾਈ ਪਤਾ ਲੱਗਿਆ ਪਿਛਲੇ 2-3 ਦਿਨਾਂ ਤੋਂ ਚੱਲ ਰਹੀ ਸੀ। ਕੇਂਦਰ ਸਰਕਾਰ ਦੀਆਂ ਕੁਝ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦੇ ਵਿੱਚ ਔਰ ਆਈਟੀ ਲਾਜ਼ ਦੇ ਵਿੱਚ ਕੇਂਦਰ ਸਰਕਾਰ ਨੇ ਕਿਤੇ ਨਾ ਕਿਤੇ ਕੁਝ ਆਧਾਰ ਬਣਾਏ ਨੇ। ਸ਼ਾਇਦ ਲਾ ਐਂਡ ਆਰਡਰ ਨਾਲ ਜੁੜੇ ਮਸਲੇ ਹੋਣਗੇ, ਕਿਉਂਕਿ ਉਹਨਾਂ ਨੂੰ ਖਤਰਾ ਹੈ, ਉਹਨਾਂ ਨੂੰ ਇਸ ਗੱਲ ਦਾ ਖਤਰਾ ਹੈ ਵੀ ਕਿਤੇ ਲਾ ਐਂਡ ਆਰਡਰ ਕੋਈ ਮੁੱਦਾ ਨਾ ਬਣੇ। ਇਸ ਕਰਕੇ ਮੈਨੂੰ ਲੱਗਦਾ ਹੈ ਉਹਨਾਂ ਨੇ ਐਡਾ ਵੱਡਾ ਕਦਮ ਚੁੱਕਿਆ। ਪਰ SYL ਦਾ ਮਸਲਾ ਜਿਹੜਾ ਉਹ ਪੰਜਾਬੀਆਂ ਦੇ ਦਿਲਾਂ ਚੋਂ ਕਦੇ ਨਹੀਂ ਮਿਟ ਸਕਦਾ। ਪੰਜਾਬੀ ਹਮੇਸ਼ਾ ਚਾਹੁੰਦੇ ਨੇ ਕਿ SYL ਦਾ ਮਸਲਾ ਹੱਲ ਹੋਵੇ। ਔਰ ਚੁਣੌਤੀ ਤਾਂ ਇੱਥੋਂ ਤੱਕ ਹੈ ਕਿ 2017 ਤੋਂ ਪਹਿਲਾਂ 2016 ਚ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸੈਸ਼ਨ ਬੁਲਾਇਆ ਸੀ, ਜਿਹ ਚ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸੀ ਔਰ ਦੂਸਰੀਆਂ ਧਿਰਾਂ ਵੀ ਮੌਜੂਦ ਸੀ। ਉਸ ਸੈਸ਼ਨ 'ਚ ਫੈਸਲਾ ਹੋਇਆ ਸੀ ਕਿ ਪੰਜਾਬ ਦੀ ਸਰਕਾਰ ਮਤਾ ਪਾਸ ਕਰਦੀ ਹੈ ਕਿ ਅਸੀਂ ਦੂਜੇ ਸੂਬਿਆਂ ਨੂੰ ਪਾਣੀਆਂ ਦੇ ਬਿੱਲ ਭੇਜਾਂਗੇ। ਤੇ ਕੀ ਹੁਣ ਆਮ ਆਦਮੀ ਪਾਰਟੀ, ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਨੇ ਹਾਲਾਂਕਿ ਉਹਦੇ ਤੇ ਕੋਈ ਕੰਮ ਨਹੀਂ ਕੀਤਾ, ਇਹ ਵੀ ਨਹੀਂ ਪਤਾ ਕਿ ਉਹ ਮਤਾ ਸੀ ਜਾਂ ਉਹ ਮਤਾ ਦੁਬਾਰਾ ਮਤਾ ਪਾ ਕੇ ਰੱਦ ਕਰਤਾ ਸੀ, ਪਰ ਹੁਣ ਆਮ ਆਦਮੀ ਪਾਰਟੀ ਅਗਰ ਚਾਹਵੇ ਤਾਂ SYL ਦੇ ਮਸਲੇ ਤੇ ਜਿਹੜਾ ਅਸੀਂ ਦੂਜੇ ਸੂਬਿਆਂ ਨੂੰ ਪਾਣੀ ਭੇਜ ਰਹੇ ਹਾਂ ਉਹਨਾਂ ਦੇ ਬਿੱਲ ਬਣਾ ਕੇ ਭੇਜ ਸਕਦੀ ਹੈ ਕਾਨੂੰਨੀ ਸਲਾਹ ਲੈ ਕੇ। ਤੇ ਫਿਰ ਬਿੱਲ ਦਿੱਲੀ ਨੂੰ ਵੀ ਭੇਜੋ, ਹਰਿਆਣੇ ਨੂੰ ਵੀ ਭੇਜੋ, ਤੇ ਜੇ ਪਾਣੀ ਦਾ ਸਾਨੂੰ ਬਿੱਲ ਮਿਲਣ ਲੱਗ ਜੇ ਤੇ ਅਸੀਂ ਉਸ ਪੈਸੇ ਨੂੰ ਵਰਤੀਏ ਜਿਹੜਾ ਰਾਵੀ ਦਾ ਪਾਣੀ ਫਾਲਤੂ ਜਾਂਦਾ ਪਾਕਿਸਤਾਨ ਵਾਲੇ ਪਾਸੇ, ਅਸੀਂ ਉਹਨੂੰ ਪੰਜਾਬ 'ਚ ਲਿਆਉਣ ਬਾਰੇ ਸੋਚ ਸਕਦੇ ਹਾਂ। ਸੋ ਪੰਜਾਬ ਦਾ ਪਾਣੀ, ਇਹਦਾ ਕੋਈ ਹੱਲ ਸਾਡੀ ਵਿਧਾਨ ਸਭਾ ਨੂੰ ਵੀ ਸੋਚਣਾ ਪੈਣਾ, ਕੇਂਦਰ ਸਰਕਾਰ ਨੂੰ ਵੀ ਸੋਚਣਾ ਪੈਣਾ। ਇਹ ਮਸਲਾ ਉਹਨਾਂ ਆਸਾਨ ਨਹੀਂ ਹੈ ਜਿੰਨਾ ਇਸ ਮਸਲੇ ਨੂੰ ਸਮਝਿਆ ਜਾ ਰਿਹਾ ਹੈ, ਪਰ ਇਸ ਮਸਲੇ ਤੇ ਸਿਆਸਤ ਬਹੁਤ ਹੋਈ ਹੈ। ਹੁਣ ਸਿਆਸਤ ਨਹੀਂ ਹੋਣੀ ਚਾਹੀਦੀ। ਸੋ ਇਸ ਕਰਕੇ ਗਾਣਾ ਬੈਨ ਕਰਨ ਦੇ ਨਾਲ ਇਹ ਕੇਂਦਰ ਸਰਕਾਰ ਵੱਲੋਂ ਇਹ ਕਦਮ ਗਾਣੇ ਬੈਨ ਕਰਨ ਦਾ ਚੱਕਿਆ ਜਾ ਸਕਦਾ ਹੈ, ਪਰ SYL ਦਾ ਜਿਹੜਾ ਮੁੱਦਾ ਹੈ ਉਹਦੀ ਅਹਿਮੀਅਤ ਨਹੀਂ ਘਟਾਈ ਜਾ ਸਕਦੀ।
ਬਿਲਕੁਲ, ਬਿਲਕੁਲ ਸਹੀ ਕਿਹਾ ਤੁਸੀਂ ਤੇ ਇੱਕ ਵਾਰ ਫਿਰ ਤੋਂ ਜੇਕਰ ਆਪਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਮੁੱਦੇ ਤੋਂ ਜੋ ਆਪਾਂ ਸ਼ੁਰੂਆਤ ਤੋਂ ਗੱਲ ਕਰ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ, ਤਾਂ ਮੈਂ ਜ਼ਰੂਰ ਇਸ ਗੱਲ ਤੇ ਵੀ ਆਪਾਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਜ਼ਰੂਰ ਕਰੀਏ ਕਿ ਸਿਮਰਨਜੀਤ ਸਿੰਘ ਮਾਨ ਦੇ ਸਿਆਸਤ ਦੇ ਪਿਛੋਕੜ ਨੂੰ ਦੇਖੀਏ ਤਾਂ ਅੱਗੇ ਦੀ ਅਗਰ ਆਪਾਂ ਥੋੜਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੀਏ ਕਿਸ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਚੱਲਦੇ ਨਜ਼ਰ ਆਣਗੇ ਹੁਣ ਮਾਨ ਅੱਗੋਂ, ਤੇ ਕਿਸ ਤਰੀਕੇ ਨਾਲ ਅਗਰ ਆਪਾਂ 2024 ਦੀਆਂ ਚੋਣਾਂ ਨੂੰ ਵੇਖੀਏ ਕਿਵੇਂ ਬਾਕੀ ਪਾਰਟੀਆਂ ਦੇ ਲਈ ਇੱਕ ਵੱਡੀ ਚੁਣੌਤੀ ਵੀ ਬਣ ਸਕਦੇ ਨੇ ਸਿਮਰਨਜੀਤ ਸਿੰਘ ਮਾਨ। ਦੇਖੋ ਸਿਮਰਨਜੀਤ ਸਿੰਘ ਮਾਨ 1 ਸਾਲ 11 ਕੁ ਮਹੀਨੇ ਦੇ ਮੈਂਬਰ ਪਾਰਲੀਮੈਂਟ ਨੇ, ਔਰ ਜਦੋਂ ਚੋਣ ਜ਼ਾਬਤਾ ਲੱਗ ਗਿਆ ਉਦੋਂ ਤਾਕਤਾਂ ਘਟ ਜਾਂਦੀਆਂ ਨੇ। ਹੁਣ 24 ਦੀ 30 ਮਈ ਤੱਕ ਨਵੀਂ ਸਰਕਾਰ ਚੁਣੀ ਜਾਣੀ ਹੈ ਸਾਡੇ ਮੁਲਕ ਦੀ। ਸੋ ਹੁਣ ਅੱਜ ਅਸੀਂ 28 ਜੂਨ ਚ, ਸੋ 2 ਦਿਨਾਂ ਬਾਅਦ ਜੂਨ 30 ਹੋ ਜਾਣੀ ਹੈ ਤੇ ਪੂਰਾ 1 ਸਾਲ 11 ਮਹੀਨੇ ਰਹਿ ਜਾਣੇ ਨੇ ਸਿਮਰਨਜੀਤ ਸਿੰਘ ਮਾਨ ਕੋਲੇ। ਇਸ ਸਮੇਂ ਸਿਮਰਨਜੀਤ ਸਿੰਘ ਮਾਨ ਹੋਣਾ ਲਈ ਚੁਣੌਤੀ ਹੋਊਗੀ, ਜਿਵੇਂ ਭਗਵੰਤ ਮਾਨ ਨੇ ਕੰਮ ਕੀਤਾ ਸੀ ਆਪਣੇ ਹਲਕੇ 'ਚ ਉਸੇ ਤਰ੍ਹਾਂ ਕੰਮ ਕਰਨਾ ਪੈਣਾ। ਭਗਵੰਤ ਮਾਨ ਦੇ ਨਾਲ ਮਿਲ ਕੇ ਵੀ ਕੰਮ ਕਰਨਾ ਪੈਣਾ, ਮੁੱਖ ਮੰਤਰੀ ਦੇ ਡਿਵੈਲਪਮੈਂਟ ਕਰਾਉਣੀ ਪੈਣੀ ਹੈ ਹਲਕੇ ਦੀ। ਇਹਦੇ ਨਾਲ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਦੀ ਤਰ੍ਹਾਂ ਪੰਜਾਬ ਦੇ ਮੁੱਦੇ ਚੱਕਣੇ ਪੈਣੇ, ਔਰ ਮੈਨੂੰ ਲੱਗਦਾ ਸਿਮਰਨਜੀਤ ਸਿੰਘ ਮਾਨ ਹੋਰ ਬਿਹਤਰ ਤਰੀਕੇ ਨਾਲ ਪੰਜਾਬ ਦੇ ਮੁੱਦੇ ਚੱਕ ਸਕਦੇ ਨੇ, ਭਾਵੇਂ ਉਹ ਪਾਣੀਆਂ ਦਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ, ਭਾਵੇਂ ਬੇਰੁਜ਼ਗਾਰੀ ਦਾ, ਭਾਵੇਂ ਸਰਹੱਦੀ ਕਿਸਾਨਾਂ ਦੀਆਂ ਜ਼ਮੀਨਾਂ ਦਾ, ਭਾਵੇਂ ਜਿਹੜੇ ਸਿੱਖ ਭਾਈਚਾਰੇ ਦੇ ਜਿਹੜੇ ਕੁਝ ਧਾਰਮਿਕ ਮੁੱਦੇ ਨੇ, ਭਾਵੇਂ ਬੰਦੀ ਸਿੱਖਾਂ ਦੀ ਰਿਹਾਈ ਹੈ, ਭਾਵੇਂ ਸਿੱਖ ਕੈਦੀਆਂ ਨੂੰ ਸਮੇਂ ਸਿਰ ਪੈਰੋਲ ਤੇ ਜ਼ਮਾਨਤਾਂ ਨਾ ਮਿਲਣ ਦੇ ਮੁੱਦੇ ਨੇ, ਭਾਵੇਂ ਮੁੱਖ ਮੰਤਰੀ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਜਿਨ੍ਹਾਂ ਕੈਦੀਆਂ ਨੂੰ ਰਿਹਾਈ ਦਾ ਹੁਕਮ ਸੁਣਾਇਆ ਸੀ ਉਹਨਾਂ ਦੀ ਰਿਹਾਈ ਅੱਜ ਤੱਕ ਨਹੀਂ ਹੋਈ, ਭਾਵੇਂ ਉਸ ਮੁੱਦੇ ਨੂੰ ਪਰਸਿਊ ਕਰਨ ਦੀ ਗੱਲ ਹੋਵੇ, ਭਾਵੇਂ ਪੰਜਾਬ 'ਚ ਬੇਰੁਜ਼ਗਾਰੀ ਖਤਮ ਕਰਨ ਦੀ ਗੱਲ ਹੋਵੇ, ਪੁਲਿਸ ਦੇ ਵਿੱਚ, ਫੌਜ ਦੇ ਵਿੱਚ ਪੰਜਾਬੀਆਂ ਦੀ ਭਰਤੀ ਦੇ ਮੁੱਦੇ ਨੇ, ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਮੈਂ ਪਹਿਲਾਂ ਹੀ ਦੱਸੇ ਨੇ, ਪੰਜਾਬ ਦੇ ਸੜਕੀ ਨੈਟਵਰਕ ਦੇ ਮੁੱਦੇ ਨੇ, ਇਹ ਬਹੁਤ ਸਾਰੇ ਮੁੱਦੇ ਨੇ। ਸਾਡੀਆਂ ਰੇਲ ਗੱਡੀਆਂ ਦੇ ਮੁੱਦੇ ਨੇ ਜਿਹੜੇ ਕੇਂਦਰ ਨਾਲ ਜੁੜੇ ਨੇ, ਖਾਦਾਂ ਨਾਲ ਜੁੜੇ ਮੁੱਦੇ ਨੇ, MSP ਦਾ ਮੁੱਦਾ ਹੈ, ਕਿਸਾਨਾਂ ਨਾਲ ਜੁੜੇ ਸਾਰੇ ਮੁੱਦੇ ਨੇ, ਪਰਾਲੀ ਦੇ ਮੁੱਦੇ ਨੇ, ਕਿਉਂਕਿ ਕੇਂਦਰ ਸਰਕਾਰ ਵੱਲੋਂ 1178 ਕਰੋੜ ਪਿਛਲੇ 4 ਸਾਲਾਂ 'ਚ ਭੇਜਿਆ ਗਿਆ ਸੀ, ਸੂਬੇ ਦੀ ਸਰਕਾਰ ਨੇ ਪਤਾ ਨਹੀਂ ਕਿੱਥੇ ਵਰਤ ਲਿਆ। ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਨੇ, ਕਾਕਾ ਰਣਦੀਪ ਸਿੰਘ ਉਹਨਾਂ ਨੇ ਤਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ। ਸੋ ਉਹ ਕੇਂਦਰ ਦੀਆਂ ਸਾਰੀਆਂ ਯੋਜਨਾਵਾਂ ਜਿਹੜੀਆਂ ਪੰਜਾਬ 'ਚ ਚੰਗੀ ਤਰ੍ਹਾਂ ਨਾਲ ਲਾਗੂ ਹੋ ਸਕਦੀਆਂ ਨੇ, ਨਰੇਗਾ ਨੂੰ ਕਿਵੇਂ ਸੰਗਰੂਰ 'ਚ ਪ੍ਰਭਾਵੀ ਕਰਨਾ, ਇਹ ਸਾਰੇ ਮੁੱਦੇ ਲਾ ਐਂਡ ਆਰਡਰ ਦੇ ਮੁੱਦੇ ਵੀ ਨੇ। ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਖਾਸ ਮੰਗ ਦੇ ਨਾਲ ਸਿਮਰਨਜੀਤ ਸਿੰਘ ਮਾਨ ਜੁੜੇ ਰਹਿੰਦੇ ਨੇ, ਉਸ ਮੰਗ ਦੇ ਬਾਰੇ ਸਿਮਰਨਜੀਤ ਸਿੰਘ ਮਾਨ ਨੂੰ ਸਿਰਫ ਕਾਨੂੰਨੀ ਤੌਰ ਦੇ ਉੱਤੇ ਹੀ ਕਨਸਟੀਟਿਊਸ਼ਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਹੀ ਆਪਣੀ ਗੱਲ ਰੱਖਣੀ ਪੈਣੀ ਹੈ ਪਾਰਲੀਮੈਂਟ ਦੇ ਵਿੱਚ, ਕਿਉਂਕਿ ਉਹਨਾਂ ਨੇ ਰੱਖਣੀ ਜ਼ਰੂਰ ਹੈ ਪਾਰਲੀਮੈਂਟ ਦੇ ਵਿੱਚ, ਪਰ ਸਾਰੀਆਂ ਗੱਲਾਂ ਸੰਵਿਧਾਨ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਉਹ ਰੱਖਣ ਤਾਂ ਉਹਨਾਂ ਗੱਲਾਂ ਨੂੰ ਵਿਚਾਰਿਆ ਜਾ ਸਕਦਾ ਹੈ। ਨਹੀਂ ਤਾਂ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਵਿਵਾਦਾਂ ਵਾਲੀ ਸਿਆਸਤ ਹੈ ਉਹ ਵੀ ਸ਼ੁਰੂ ਹੋ ਸਕਦੀ ਹੈ ਹਰਜੋਤ ਜੀ। ਪਰ ਜੀ ਬਿਲਕੁਲ ਸਿਮਰਨਜੀਤ ਸਿੰਘ ਮਾਨ ਅੱਗੇ ਵੀ ਬਹੁਤ ਵੱਡੀ ਚੁਣੌਤੀ ਹੈ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ, ਕਿਉਂਕਿ ਨੌਜਵਾਨੀ ਵੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ ਕੇ ਖੜੀ ਹੈ। ਸਿੱਧੂ ਮੂਸੇਵਾਲੇ ਨੂੰ ਪਸੰਦ ਕਰਨ ਵਾਲੇ, ਦੀਪ ਸਿੱਧੂ ਨੂੰ ਪਸੰਦ ਕਰਨ ਵਾਲੇ, ਸਾਰੇ ਨੌਜਵਾਨ ਵੱਡੀ ਗਿਣਤੀ 'ਚ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ ਕੇ ਖੜੇ ਨੇ। ਜੀ ਵੈਸੇ ਸਮਾਂ ਬਹੁਤ ਹੋ ਚੁੱਕਿਆ, ਪਰ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛਣਾ ਚਾਹੂੰਗੀ ਕਿ ਜਿਸ ਤਰੀਕੇ ਨਾਲ ਹੁਣ ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਨੇ, ਕੀ ਇਸ ਨੂੰ ਅਸੀਂ ਸਮਝ ਸਕਦੇ ਹਾਂ ਕਿ ਪਹਿਲਾਂ ਤੋਂ ਹੀ ਬਾਕੀ ਰਵਾਇਤੀ ਪਾਰਟੀਆਂ ਤੋਂ ਤਾਂ ਸ਼ਾਇਦ ਪੰਜਾਬ ਦੀ ਜਨਤਾ ਤੰਗ ਆ ਹੀ ਚੁੱਕੀ ਸੀ, ਪਰ ਆਮ ਆਦਮੀ ਪਾਰਟੀ ਦੇ 2-3 ਮਹੀਨਿਆਂ ਦੇ ਕਾਰਗੁਜ਼ਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੀ ਜੋ ਹੈ ਲੋਕ ਹੁਣ ਰਵਾਇਤੀ ਪਾਰਟੀਆਂ ਦੀ ਸ਼੍ਰੇਣੀ ਵਿੱਚ ਹੀ ਗਿਣ ਰਹੇ ਨੇ ਤੇ ਲੋਕ ਜੋ ਹੈ ਇਹਨਾਂ ਪਾਰਟੀਆਂ ਤੋਂ ਅੱਕ ਚੁੱਕੇ ਨੇ। ਸ਼ਾਇਦ ਇਸੇ ਕਰਕੇ ਵੱਡਾ ਬਦਲ ਦੇਖਣ ਨੂੰ ਮਿਲਿਆ ਸਿਮਰਨਜੀਤ ਸਿੰਘ ਮਾਨ ਨੂੰ ਜੋ ਜਿੱਤ ਹਾਸਿਲ ਹੋਈ ਹੈ। ਦੇਖੋ ਅਸਲ 'ਚ ਕੀ ਹੈ, ਲੋਕ ਇਹ ਚਾਹੁੰਦੇ ਨੇ ਕਿ ਜਿਹੜੀ ਪਾਰਟੀ ਆਵੇ ਪਹਿਲ ਦੇ ਆਧਾਰ ਤੇ ਸਾਡੇ ਮਸਲੇ ਹੱਲ ਕਰੇ। ਇਹ ਨਹੀਂ ਕਿ ਵਿਧਾਇਕਾਂ ਨੂੰ ਫਲੈਟ ਮਿਲ ਜਾਣ, ਵਿਧਾਇਕਾਂ ਨੂੰ ਕੋਠੀਆਂ ਮਿਲ ਜਾਣ, ਗੱਡੀਆਂ ਮਿਲ ਜਾਣ, ਗਨਮੈਨ ਮਿਲ ਜਾਣ, ਸੁੱਖ ਸਹੂਲਤਾਂ ਮਿਲ ਜਾਣ, ਉਹ ਆਪਣੇ ਚੰਡੀਗੜ੍ਹ ਵਾਲੇ ਘਰਾਂ 'ਚ ਸ਼ਿਫਟ ਹੋ ਜਾਣ, ਮੰਤਰੀ ਕੋਠੀਆਂ 'ਚ ਸ਼ਿਫਟ ਹੋ ਜਾਣ ਤੇ ਲੋਕਾਂ ਬਾਰੇ ਕਹਿ ਦੇਣ ਕਿ ਹੌਲੀ ਹੌਲੀ ਸਾਰਾ ਕੁਝ ਕਰਾਂਗੇ, ਸਾਨੂੰ ਸਮਾਂ ਦਿਓ। ਲੋਕ ਇਹ ਨਹੀਂ ਚਾਹੁੰਦੇ ਕਿ ਸਰਕਾਰਾਂ ਕਹਿਣ ਸਮਾਂ ਦਿਓ। ਲੋਕ ਇਹ ਚਾਹੁੰਦੇ, ਦੇਖੋ ਜਾਂ ਤਾਂ ਹੋਵੇ ਨਾ ਵੀ ਜਿਹੜੀ ਨਵੀਂ ਸਰਕਾਰ ਆਵੇ ਉਹ ਕਵੇ ਵੀ ਅਸੀਂ ਉਨੀ ਦੇਰ ਕੋਠੀਆਂ ਨਹੀਂ ਲੈਣੀਆਂ, ਸਰਕਾਰੀ ਗੱਡੀਆਂ ਨਹੀਂ ਲੈਣੀਆਂ, ਸਿਕਿਉਰਿਟੀਆਂ ਨਹੀਂ ਲੈਣੀਆਂ, ਜਿੰਨੀ ਦੇਰ ਅਸੀਂ ਕੋਈ ਲੋਕਾਂ ਦੇ ਵੱਡੇ ਮਸਲੇ ਨਹੀਂ ਹੱਲ ਕਰ ਦਿੰਦੇ।
ਫਿਰ ਤਾਂ ਲੋਕ ਸਮਾਂ ਦੇਣ ਨੂੰ ਤਿਆਰ ਹੋਣਗੇ। ਹੁਣ ਸਰਕਾਰਾਂ ਨੇ ਤਾਂ ਆਪਣੀ ਸਾਰੀ ਸਹੂਲਤ ਲੈਣੀ, ਤਨਖਾਹ ਵੀ 1 ਤਰੀਕ ਨੂੰ ਖਾਤੇ 'ਚ ਪੈਣ ਲੱਗ ਜਾਣੀ। ਇਸ ਕਰਕੇ ਲੋਕ ਚਾਹੁੰਦੇ ਨੇ ਕਿ ਜਿਹੜੇ ਤੁਸੀਂ ਵਾਅਦੇ ਕਰੋ ਉਹ ਉਸ ਬੁਨਿਆਦ ਤੇ ਹੋਣ ਕਿ ਉਹ ਪੂਰੇ ਹੋ ਸਕਣ। ਇਹੋ ਜਿਹੇ ਸੁਪਨੇ ਨਾ ਦਿਖਾਓ ਜਿਹੜੇ ਪੂਰੇ ਨਹੀਂ ਹੋ ਸਕਦੇ, ਜਿਵੇਂ ਤਾਰੇ ਤੋੜ ਕੇ ਲਿਆਏ ਨਹੀਂ ਜਾ ਸਕਦੇ। ਸੋ ਪੋਲੀਟੀਕਲ ਜੀ। ਪਾਰਟੀਆਂ ਲੋਕਾਂ ਨੂੰ ਇਸ ਤਰੀਕੇ ਦੇ ਵਾਅਦੇ ਕਰਦੀਆਂ ਨੇ ਜਿਵੇਂ ਉਹਨਾਂ ਨੇ ਤਾਰੇ ਤੋੜ ਕੇ ਲਿਆਉਣੇ ਹੋਣ। ਤਾਰੇ ਜੀ। ਟੁੱਟਦੇ ਨਹੀਂ ਤੇ ਦਿਲ ਟੁੱਟ ਜਾਂਦੇ ਲੋਕਾਂ ਦੇ। ਜੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਪੰਜਾਬ ਦੀ ਜਨਤਾ ਹੈ ਹੁਣ ਹਰ ਪਹਿਲੂ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਹੈ, ਇਸ ਲਈ ਜੋ ਹੈ ਜਦੋਂ ਵੀ ਚੋਣਾਂ ਦੇ ਨਤੀਜੇ ਆਉਂਦੇ ਨੇ ਸਭ ਨੂੰ ਹੈਰਾਨ ਜ਼ਰੂਰ ਕਰਦੇ ਨੇ। ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ। ਧੰਨਵਾਦ ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਹਰ ਵਾਰ ਕਿ ਉਹ ਵੀ ਹਮੇਸ਼ਾ ਪ੍ਰੋਗਰਾਮ ਨਾਲ ਜੁੜਦੇ ਨੇ ਤੇ ਆਪਣੇ ਸੁਝਾਅ, ਆਪਣੇ ਵਿਚਾਰ ਵੀ ਕਮੈਂਟ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ।